जोड़ते हुए गुरु चरणा विखे लवाइए हाजरियाँ। गुरु का बख्शिया फतेह का नारा करिए बुलंद, उपरंत बाणी के विचार नाल जोड़ना करांगे गज के आखिए जी। वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। माज महला तीजा घर पहला, कर्म होवे सतगुरु मिलाए। सेवा सुरत शब्द चित लाए, कर्म होवे सतगुरु मिलाए। सेवा सुरत शब्द चित लाए। हौ मैं मार सदा सुख पाया, माया मोह चुकावनिया। हाँ वारी जियो वारी, सतगुर कै बलिहारनिया। गुरमति परगास होआ जी, अन दिन हर गुण गावनिया। हाँ वारी जियो वारी, सतगुर कै बलिहारनिया। गुरमति परगास होआ जी, अन दिन हर गुण गावनिया। वाहिगुरु जी का खालसा, वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰੀਆਂ। ਆਪ ਜੀ ਅੰਮ੍ਰਿਤ ਵੇਲੇ ਦੇ ਦੀਵਾਨਾ ਵਿਖੇ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਜੋ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 110 ਉੱਪਰ ਸੁਭਾਏਮਾਨ ਹੈ। 109 ਤੋਂ ਆਰੰਭ ਹੋ ਕੇ 110 ਉੱਪਰ ਸੰਪੂਰਨ ਹੁੰਦਾ ਹੈ। ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇਜੋ ਨੰਦਨ ਜਿਨ੍ਹਾਂ ਨੇ ਇਹ ਬਚਨ ਉਚਾਰਨ ਕੀਤੇ। ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਇਹਨਾਂ ਬਚਨਾਂ ਰਾਹੀਂ ਕੀ ਗਿਆਨ ਬਖਸ਼ਿਸ਼ ਕਰਦੇ ਹਨ। ਆਰੰਭ ਕਰੀਏ। ਮਾਝ ਮਹੱਲਾ ਤੀਜਾ ਘਰ ਪਹਿਲਾ। ਇਹਨਾਂ ਪਵਿੱਤਰ ਬਚਨਾਂ ਨੂੰ ਵੀ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਤਾਂ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਪਰਮੇਸ਼ਰ ਕਿਹਨਾਂ ਨੂੰ ਆਪਣੇ ਦਰ 'ਤੇ ਪ੍ਰਵਾਨ ਕਰਦਾ। ਪਿਛਲਾ ਸ਼ਬਦ ਸੀ ਬਾਬੇ ਨਾਨਕ ਜੀ ਦਾ, ਪਹਿਲੇ ਪਾਤਸ਼ਾਹ ਜੀ ਦਾ, ਵੀ ਪਰਮੇਸ਼ਰ ਆਪਣੇ ਦਰ 'ਤੇ ਕਿਹਨਾਂ ਨੂੰ ਪ੍ਰਵਾਨ ਕਰਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਹਿ ਮਹਿਲ ਬੁਲਾਏ। ਜਿਹੜੇ ਉਹਦੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਆ। ਵੈਸੇ ਤਾਂ ਸਾਰੀ ਦੁਨੀਆ ਉਹਦੇ ਹੁਕਮ ਅੰਦਰ ਆਈ ਆ, ਪਰ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਜਿਹੜੇ ਉਹਦੇ ਪਿਆਰੇ ਹਨ, ਜਿਹੜੇ ਉਹਦੇ ਰੰਗ ਵਿੱਚ ਰੰਗ ਲੈਂਦੇ ਆਪਣੀ ਆਤਮਾ ਨੂੰ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਉਹਨਾਂ ਨੂੰ ਪਰਮੇਸ਼ਰ ਆਪਣੇ ਘਰ ਲੈ ਜਾਂਦਾ, ਸੱਚਖੰਡ ਰੱਖਦਾ, ਆਪਣੇ ਕੋਲ ਰੱਖਦਾ, ਆਪਣੇ ਵਿੱਚ ਮਿਲਾ ਲੈਂਦਾ। तो फिर सिखा ने अगे प्रश्न किया सी, महाराज फिर उस परमेश्वर के गुण किवें गाए जान, किवें उहदे रंग विच अपने आप नूं रंगीए। तो पातशाह कहंदे सी आखिरी पदे विच गुरमुख बूझै गुरु नूं पुछो।
ਅਕਥ ਕਹਾਵੈ, ਇਹ ਗੱਲ ਕਹਿਣੀ ਬੜੀ ਔਖੀ ਆ। ਅਕਥ ਹੁੰਦੀ ਆ ਕਥਨੀ, ਜਿਵੇਂ ਲੋਹੇ ਦੇ ਛੋਲੇ ਚੱਬਣੇ ਔਖੇ ਆ, ਜਿਸ ਤਰ੍ਹਾਂ ਲੋਹਾ ਖਾਣਾ ਔਖਾ ਹੈ, ਉਸੇ ਤਰ੍ਹਾਂ ਹੀ ਇਹ ਗੱਲ ਕਹਿਣੀ ਔਖੀ ਹੈ। ਪਰ ਗੁਰੂ ਜਿਹੜਾ ਹੈ ਉਹ ਇਹ ਗੱਲ ਬਾਰੇ ਜਾਣਕਾਰੀ ਦੇ ਸਕਦਾ ਹੈ ਵੀ ਉਹਦੇ ਰੰਗ ਵਿੱਚ ਆਪਣੇ ਆਪ ਨੂੰ ਕਿਵੇਂ ਰੰਗੀਏ। ਗੁਰਮੁਖ ਬੂਝੇ ਗੁਰੂ ਨੂੰ ਪੁੱਛੋ। ਅਕਥ ਕਹਾਵੈ, ਇਸ ਅਕਥ ਦੀ ਗੱਲ ਗੁਰੂ ਦੱਸੂਗਾ। ਸੱਚੇ ਠਾਕੁਰ ਸਾਚੋ ਭਾਵੈ, ਜਿਹੜੇ ਗੁਰੂ ਨੂੰ ਭਾ ਗਏ ਉਹ ਮਾਲਕ ਨੂੰ ਭਾ ਜਾਣਗੇ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੇ ਗੁਣ ਗਾਵਨਿਆ। ਇਹ ਨਾਨਕ ਬੇਨਤੀ ਕਰਦਾ ਸੱਚੀ ਕਿ ਉਹ ਸੱਚੇ ਨੂੰ ਮਿਲਣ ਵਾਸਤੇ ਉਹਦੇ ਗੁਣ ਗਾਏ ਜਾਣ। ਹੁਣ ਅਗਲਾ ਪ੍ਰਸ਼ਨ ਪੈਦਾ ਹੋ ਗਿਆ ਵੀ ਗੁਰੂ ਕਿਵੇਂ ਮਿਲੂਗਾ? ਇਹੋ ਜਿਹਾ ਗੁਰੂ ਸਾਨੂੰ ਕਿਵੇਂ ਮਿਲ ਸਕਦਾ ਹੈ ਜਿਹੜਾ ਸਾਨੂੰ ਉਸ ਅਕਥ ਦੀ ਗੱਲ ਸੁਣਾ ਦੇਵੇ, ਉਸ ਅਕਥ ਦੇ ਬਾਰੇ ਜਿਹੜਾ ਦੱਸ ਦੇਵੇ, ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ। ਤਾਂ ਪੰਜਵੇਂ ਪਾਤਸ਼ਾਹ ਜੀ ਨੇ ਇਸ ਗੁਰਬਾਣੀ ਨੂੰ ਲੜੀਵਾਰ ਲਿਖਦਿਆਂ ਹੋਇਆਂ ਤੀਜੇ ਪਾਤਸ਼ਾਹ ਜੀ ਦਾ ਸ਼ਬਦ ਇੱਥੇ ਫਿਰ ਲਾਉਣਾ ਕੀਤਾ, ਕਿਉਂਕਿ ਤੀਜੇ ਪਾਤਸ਼ਾਹ ਜੀ ਦੀ ਆਪਣੀ ਹੱਡਬੀਤੀ ਵੀ ਆ। 65 ਸਾਲ ਤੱਕ ਉਹਨਾਂ ਨੇ ਗੰਗਾ ਦੀ ਯਾਤਰਾ ਕੀਤੀ ਆ, ਗੁਰੂ ਵਾਲੇ ਨਹੀਂ ਸੀ ਬਣੇ। ਅਖੀਰ ਇੱਕ ਦਿਨ ਪਰਮੇਸ਼ਰ ਨੇ ਕਿਰਪਾ ਕੀਤੀ, ਕੋਈ ਰੱਬ ਦਾ ਪਿਆਰਾ ਬ੍ਰਹਮਚਾਰੀ, ਭਾਵੇਂ ਕਿ ਉਹ ਵੀ ਗੰਗਾ ਦਾ ਯਾਤਰੀ ਸੀਗਾ, ਪਰ ਉਹਨੂੰ ਇੰਨਾ ਕੁ ਪਤਾ ਸੀ ਕਿ ਬੰਦੇ ਨੂੰ ਗੁਰੂ ਵਾਲਾ ਬਣਨਾ ਚਾਹੀਦਾ। ਇਸ ਕਰਕੇ ਉਹ ਜਾਂਦਾ ਜਾਂਦਾ ਚੋਟ ਕਰ ਗਿਆ ਤੇ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਲੱਭਣਾ ਕੀਤਾ ਤੇ ਆਪਣੇ ਘਰੋਂ ਹੀ ਗੁਰੂ ਦੀ ਦੱਸ ਪੈ ਗਈ ਉਹਨਾਂ ਨੂੰ। ਤੀਜੇ ਪਾਤਸ਼ਾਹ ਜੀ ਜਾ ਕਰਕੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਚਰਨੀ ਜਾ ਲੱਗੇ ਤੇ ਅੱਜ ਉਹ ਸਾਨੂੰ ਉਪਦੇਸ਼ ਦਿੰਦੇ ਆ ਬਈ ਤੁਸੀਂ ਗੁਰੂ ਵਾਲੇ ਕਿਵੇਂ ਬਣ ਸਕਦੇ ਹੋ। ਨੰਬਰ 1 ਤਾਂ ਤੁਹਾਡੇ ਕਰਮ ਚੰਗੇ ਹੋਣੇ ਚਾਹੀਦੇ ਆ, ਤਾਂ ਗੁਰੂ ਮਿਲਦਾ। ਹੁਣ ਸ਼ਰਾਬੀ ਕਵਾਬੀ ਵਿਸ਼ੇਵਕਾਰੀ ਬੰਦਾ, ਪੁੱਠੇ ਸਿੱਧੇ ਕੰਮ ਕਰਨ ਵਾਲਾ, ਉਹ ਕਦੋਂ ਗੁਰੂ ਦੇ ਨੇੜੇ ਦੀ ਟੱਪਦਾ? ਉਹ ਤਾਂ ਦੂਰ ਹੀ ਕਹਿੰਦਾ। ਜੇ ਆਪਾਂ ਅੱਜ ਵੀ ਕਿਸੇ ਨੂੰ ਕਹੀਏ ਵੀ ਅੰਮ੍ਰਿਤ ਛਕ ਲਓ ਤਾਂ ਬਹੁਤੇ ਬੰਦੇ ਤਾਂ ਕਹਿੰਦੇ ਨਾ ਜੀ ਰੱਖਣਾ ਔਖਾ ਹੈ। ਅਸਲ ਵਿੱਚ ਉਹਨਾਂ ਦੀ ਚਲਾਕੀ ਹੁੰਦੀ ਹੈ ਵੀ ਉਹਨਾਂ ਤੋਂ ਜਿਹੜੇ ਵਿਸ਼ੇ ਵਿਕਾਰ, ਨਸ਼ੇ ਵਿਕਾਰ ਆਦਿ ਵਿਸ਼ੇ ਵਿਕਾਰ, ਸ਼ਰਾਬਾਂ, ਇਹ ਛੱਡਣੀਆਂ ਔਖੀਆਂ ਲੱਗਦੀਆਂ ਉਹਨਾਂ ਨੂੰ। ਭਾਵੇਂ ਕਿ ਗੁਰੂ ਛੁਡਾ ਦਿੰਦਾ ਹੈ, ਪਰ ਲੱਗਦਾ ਵੀ ਯਾਰ ਕਿੱਥੇ ਛੱਡਾਂਗੇ, ਕਿੱਥੇ ਉੱਠ ਕੇ ਨਹਾਵਾਂਗੇ, ਕਿੱਥੇ ਯਾਰ ਛੱਡ ਖੜਾ, ਆਪਾਂ ਅੰਮ੍ਰਿਤ ਹੀ ਨਹੀਂ ਛਕਦੇ। ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਕਹਿੰਦੇ ਗੰਗਾ 'ਤੇ ਗਏ ਨੂੰ, ਉੱਥੋਂ ਦੇ ਪੁਜਾਰੀਆਂ ਨੇ ਬੇਨਤੀ ਕੀਤੀ, ਬ੍ਰਾਹਮਣ ਨੇ ਬੇਨਤੀ ਕੀਤੀ ਬਈ ਦੇਖੋ ਤੁਸੀਂ ਗੰਗਾ ਆਉਣੇ ਹੋ, ਜੇ ਤੁਹਾਡਾ ਇੱਥੇ ਆਉਣ ਦਾ ਤਾਂ ਲਾਭ ਹੈ ਜੇ ਤੁਸੀਂ ਮਾੜੇ ਕੰਮ ਛੱਡੋ। ਤੇ ਹਰੇਕ ਨੂੰ ਪ੍ਰੇਰਨਾ ਕਰਦੇ ਆ ਭਾਈ ਮਾੜੇ ਕੰਮ ਛੱਡੋ। ਜਦ ਇੱਕ ਮਨੁੱਖ ਨੂੰ ਕਿਹਾ ਵੀ ਭਾਈ ਜੇ ਤੂੰ ਕੋਈ ਮਾੜਾ ਕੰਮ ਕਰਦਾ ਕੀ ਕਰਦਾ? ਕਹਿੰਦੇ ਜੀ ਸ਼ਰਾਬ ਪੀਣਾ। ਫਿਰ ਤੂੰ ਸ਼ਰਾਬ ਪੀਣੀ ਬੰਦ ਕਰ, ਅੱਜ ਤੋਂ ਇੱਥੇ ਗੰਗਾ ਦੇ ਜਲ ਦੇ ਕੋਲ ਬੈਠ ਕੇ ਸਹੁੰ ਪਾ ਕੇ ਮੈਂ ਸ਼ਰਾਬ ਨਹੀਂ ਪੀਊਂਗਾ, ਸ਼ਰਾਬ ਪੀਣੀ ਛੱਡ ਜਾ, ਇੱਥੇ ਔਗਣ ਇੱਥੇ ਛੱਡ ਜਾ, ਕੋਈ ਗੁਣ ਲੈ ਜਾ। ਉਹ ਕਹਿੰਦਾ ਠੀਕ ਹੈ ਜੀ ਮੈਂ ਛੱਡ ਜਾਣਾ। ਤੇ ਕੀ ਛੱਡਿਆ ਉਸਨੇ? ਕਹਿੰਦਾ ਅੱਜ ਤੋਂ ਬਾਅਦ ਗੰਗਾ ਨਹੀਂ ਆਉਂਦਾ। ਮੈਂ ਕਹੋ ਸਤਨਾਮ, ਗੰਗਾ ਹੀ ਆਉਣਾ ਛੱਡਤਾ, ਸ਼ਰਾਬ ਨਹੀਂ ਛੱਡੀ। ਕਹਿੰਦਾ ਅੱਜ ਤੋਂ ਬਾਅਦ ਮੈਂ ਇੱਥੇ ਨਹੀਂ ਆਉਂਦਾ। ਤੋ ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੀ ਸੱਟੇ ਤਾਂ ਇਹ ਕਹਿੰਦੇ ਆ ਕਿ ਕਰਮ ਬਦਲੋ। ਹੁਣ ਕਰਮ ਚੰਗੇ ਹੋਣ, ਹੁਣ ਇਹ ਅਸੀਂ ਸੋਚਦੇ ਹਾਂ ਵੀ ਕਰਮਾਂ ਦੀ ਸਮਝ ਨਹੀਂ ਆਈ ਵੀ ਕਰਮ ਕਿਹੜੇ ਚੰਗੇ ਹੋਣ। ਕਰਮ ਆਪੇ ਚੰਗੇ ਬਣਨੇ ਆ, ਸਾਨੂੰ ਚੰਗੇ ਕਰਨੇ ਪੈਣੇ ਆ। ਕਦ ਤੱਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ। ਜਿਹੋ ਜਿਹੇ ਕਰਮ ਆਪਾਂ ਕਰਦੇ ਆ ਉਹੋ ਜਿਹੇ ਕਰਮ ਆਪਾਂ ਨੂੰ ਉਹਨਾਂ ਦੇ ਫਲ ਭੋਗਣੇ ਪੈਂਦੇ। ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਵੀ ਫਲਾਣੇ ਨੇ ਇਹ ਮੈਨੂੰ ਦੁੱਖ ਦਿੱਤਾ।
ਕਾਤਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਭੁਲਾਉਣ ਕਰਕੇ ਹੀ ਜੀਵ ਦੇ ਸਾਰੇ ਰੋਗ ਜੀਵ ਨੂੰ ਪ੍ਰਾਪਤ ਹੁੰਦੇ। ਤਾਂ ਪੰਜਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਲੜੀਬੱਧ ਕਰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਦਿਆਂ ਹੋਇਆਂ ਇਹ ਬਚਨ ਲਿਖਿਆ ਫਿਰ ਤੀਸਰੇ ਪਾਤਸ਼ਾਹ ਜੀ ਦਾ। ਮਾਝ ਮਹੱਲਾ ਤੀਜਾ ਘਰ ਪਹਿਲਾ, ਕਰਮ ਹੋਵੇ ਸਤਿਗੁਰੂ ਮਿਲਾਏ। ਜਦੋਂ ਸਾਡੇ ਕਰਮ ਚੰਗੇ ਹੋਣ ਤੇ ਫਿਰ ਇਹ ਚੰਗੇ ਕਰਮ ਹੀ ਸਾਨੂੰ ਸਤਸੰਗ ਵੱਲ ਲੈ ਜਾਂਦੇ ਆ, ਗੁਰੂ ਵੱਲ ਲੈ ਜਾਂਦੇ ਆ। ਪੂਰਬ ਕਰਮ ਅੰਕਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ। ਜਦੋਂ ਪੂਰਬਲੇ ਚੰਗੇ ਕਰਮ ਪ੍ਰਗਟ ਹੁੰਦੇ ਆ ਤੇ ਸਾਨੂੰ ਰਸਕ ਰਸੀਏ, ਨਾਮ ਦੇ ਰਸੀਏ, ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦੀ, ਬ੍ਰਹਮ ਗਿਆਨੀਆਂ ਦੀ ਸੰਗਤ ਹੁੰਦੀ ਹੈ। ਤੇ ਉਹ ਕੀ ਕਰਦੇ ਆ ਜਦ ਅਸੀਂ ਐਸੇ ਸਾਧੂਆਂ ਦੇ, ਨਾਮ ਜਪਣ ਵਾਲੀਆਂ ਰੂਹਾਂ ਦੇ ਚਰਨੀ ਲੱਗਦੇ ਆ, ਉਹਨਾਂ ਦੀ ਸੰਗਤ ਕਰਦੇ ਆ। ਚਰਨੀ ਲੱਗਣਾ ਮਤਲਬ ਹੁੰਦਾ ਕੋਲ ਬੈਠਣਾ, ਉਹਨਾਂ ਦੀ ਗੱਲ ਮੰਨਣੀ, ਉਹਨਾਂ ਦੀ ਸ਼ਰਨ ਲੈਣੀ, ਭਾਵ ਉਹਨਾਂ ਨੂੰ ਪੁੱਛਣਾ। ਜਿਸ ਤਰ੍ਹਾਂ ਬੱਚਾ ਉਸਤਾਦ ਕੋਲੇ, ਮਾਸਟਰ ਕੋਲ ਜਾਂਦਾ, ਇਸੇ ਤਰ੍ਹਾਂ ਸਿੱਖ ਜਿਹੜਾ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਕਰੇ। ਸਹੀ ਪਿਆਰਿਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਸਿੱਖੋ, ਜਦੋਂ ਜੀਵ ਦੇ ਕਰਮ ਚੰਗੇ ਹੁੰਦੇ ਹੈ, ਭਾਵ ਸੋਚ ਚੰਗੀ ਹੁੰਦੀ ਹੈ, ਸੁਰਤ ਚੰਗੀ ਹੁੰਦੀ ਹੈ, ਜੀਵਨ ਚੰਗਾ ਹੁੰਦਾ, ਫਿਰ ਤਾਂ ਗੁਰੂ ਵੱਲ ਜਾਵੇਗਾ ਨਾ, ਫਿਰ ਹੀ ਗੁਰੂ ਘਰ ਜਾਵੇਗਾ, ਸਤਸੰਗ ਵੱਲ ਜਾਵੇਗਾ, ਕੋਈ ਰੱਬ ਦੇ ਪਿਆਰਿਆਂ ਨੂੰ ਲੱਭੇਗਾ, ਜਾਂ ਪਰਮੇਸ਼ਰ ਕਿਰਪਾ ਕਰੂਗਾ, ਕੁਦਰਤੀ ਮਿਲਾ ਦੇਵੇਗਾ, ਕੋਈ ਬਹਾਨਾ ਬਣੇਗਾ ਐਸਾ। ਤੇ ਜਦੋਂ ਰੱਬ ਦੇ ਪਿਆਰੇ ਮਿਲ ਜਾਂਦੇ ਨੇ, ਸੇਵਾ ਸੁਰਤ ਸ਼ਬਦ ਚਿਤ ਲਾਏ, ਉਹ ਗੁਰਮੁਖ ਸਾਨੂੰ ਫਿਰ ਗੁਰੂ ਕੋਲ ਪਹੁੰਚਾਉਂਦੇ ਆ, ਗੁਰੂ ਦੀ ਜਾਣਕਾਰੀ ਦਿੰਦੇ ਆ, ਗੁਰੂ ਬਾਰੇ ਦੱਸਦੇ ਆ ਵੀ ਗੁਰੂ ਤੇਰੇ ਤੇ ਕਿਵੇਂ ਕਿਰਪਾ ਕਰਦਾ। ਕਰਮ ਹੋਵੇ ਸਤਿਗੁਰੂ ਮਿਲਾਏ, ਇਸ ਤਰ੍ਹਾਂ ਚੰਗੇ ਕਰਮ ਹੀ ਸਾਨੂੰ ਗੁਰੂ ਤੱਕ ਲੈ ਕੇ ਜਾਂਦੇ ਆ। ਕਰਮ ਦਾ ਦੂਸਰਾ ਅਰਥ ਹੈ ਬਖਸ਼ਿਸ਼। ਰਹਿਮੋ ਕਰਮ, ਰਹਿਮ ਦਇਆ। ਤੇ ਇਹ ਦਇਆ ਜਾਂ ਰਹਿਮ ਕਿਹਨੇ ਕਰਨਾ, ਰਹਿਮੋ ਕਰਮ ਕਿਹਨੇ ਕਰਨਾ? ਪਰਮੇਸ਼ਰ ਨੇ, ਜਿਹੜਾ ਕੀਤਾ ਹੋਇਆ ਤੈਨੂੰ ਮਨੁੱਖ ਬਣਾਇਆ। ਇਹ ਵੀ ਕੋਈ ਪੂਰਬਲੇ ਚੰਗੇ ਕਰਮ ਹੀ ਸੀ ਨਾ ਕਿ ਸਾਨੂੰ ਮਾਨਸ ਜਾਮਾ ਦਿੱਤਾ, ਨਹੀਂ ਤਾਂ ਟੇਢੀਆਂ ਜੂਨਾਂ ਹੋਰ ਬਥੇਰੀਆਂ ਫਿਰਦੀਆਂ ਸੜਕਾਂ ਦੇ ਉੱਤੇ, ਕੁੱਤੇ ਬਿੱਲੇ, ਭੁੱਖੀਆਂ ਗਾਵਾਂ ਵਿਚਾਰੀਆਂ ਤੜਫਦੀਆਂ ਫਿਰਦੀਆਂ। ਉਹ ਵੀ ਤਾਂ ਜੀਵ, ਉਹਨਾਂ ਵਿੱਚ ਵੀ ਤਾਂ ਹੈ ਨਾ ਆਤਮਾ। ਘਟ ਘਟ ਮੈਂ ਹਰਜੂ ਵਸੈ, ਸਾਰਿਆਂ ਦੇ ਵਿੱਚ ਉਸ ਹਰੀ ਦੀ ਆਤਮਾ ਹੈ। ਪਰ ਮਾਨਸ ਜਾਮਾ ਸਭ ਤੋਂ ਉੱਤਮ ਹੈ। ਪਰਮੇਸ਼ਰ ਨੇ ਕਿਰਪਾ ਕੀਤੀ, ਸਾਨੂੰ ਮਨੁੱਖ ਜੂਨ ਦਿੱਤਾ, ਮਨੁੱਖ ਜਾਮਾ ਦਿੱਤਾ। ਤਾਂ ਇੱਥੇ ਪਾਤਸ਼ਾਹ ਜੀ ਇੱਕ ਬਚਨ ਕਰਦੇ ਆ ਪਰਮੇਸ਼ਰ ਨੂੰ ਸੰਬੋਧਨ ਕਰਕੇ, ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਤੁਹਾਡੀ ਕਿਰਪਾ ਦੇ ਨਾਲ ਹੀ ਮਾਨਸ ਜਾਮਾ ਮਿਲਿਆ ਹੈ। ਕਿਰਪਾ ਕਰਕੇ ਹੁਣ ਤੁਸੀਂ ਦਰਸ਼ਨ ਵੀ ਦੇ ਦਿਓ। ਤੇ ਦਰਸ਼ਨ ਦੇਣ ਵਾਸਤੇ ਪਰਮੇਸ਼ਰ ਨੇ ਇੱਕ ਜੁਗਤ ਬਣਾਈ ਹੈ ਵੀ ਤੂੰ ਗੁਰੂ ਕੋਲੇ ਜਾ, ਤੂੰ ਗੁਰੂ ਕੋਲ ਜਾ ਤੇ ਗੁਰੂ ਤੈਨੂੰ ਰਸਤਾ ਦੱਸੂਗਾ, ਫਿਰ ਤੂੰ ਉਸ ਰਸਤੇ ਮੇਰੇ ਕੋਲ ਆ। ਇਸ ਕਰਕੇ ਮਨੁੱਖ ਜਾਮਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲ ਕੇ ਇਹੋ ਤੇਰੀ ਵਰੀਆ। ਪਰ ਦੋਨਾਂ ਕੜੀਆਂ ਨੂੰ ਜੋੜਨ ਵਾਲੀ ਕੜੀ ਗੁਰੂ ਦਾ ਬਚਨ ਹੈ। ਗੁਰੂ ਵਿਚੋਲਾ ਹੈ, ਜੀਵ ਨੂੰ ਤੇ ਪਰਮੇਸ਼ਰ ਨੂੰ ਇਕੱਤਰ ਕਰਨ ਵਾਲਾ, ਇਕੱਠੇ ਕਰਨ ਵਾਲਾ ਵਿਚੋਲਾ ਹੈ, ਉਹ ਸਤਿਗੁਰੂ ਹੈ। ਤੇ ਸਤਿਗੁਰੂ ਵੀ ਤਾਂ ਕਿਰਪਾ ਕਰਦਾ ਸਾਡੇ ਕਰਮ ਵੀ ਚੰਗੇ ਹੋਣ, ਸਾਡੇ ਕੰਮ ਵੀ ਚੰਗੇ ਹੋਣ। ਜੇ ਅਸੀਂ ਚੋਰੀਆਂ, ਠੱਗੀਆਂ, ਯਾਰੀਆਂ, ਵਿਸ਼ੇ ਵਕਾਰ, ਝੂਠ, ਤੂਫਾਨ, ਚੁਗਲੀ, ਨਿੰਦਿਆ, ਸ਼ਰਾਬਾਂ, ਨਸ਼ੇ ਆਦਿ ਇਹ ਛੱਡਣੇ ਨਹੀਂ ਤੇ ਫਿਰ ਗੁਰੂ ਕਿਵੇਂ ਕਿਰਪਾ ਕਰੇਗਾ? ਵੈਸੇ ਗੁਰੂ ਸਮਰੱਥ ਹੈ, ਜੇ ਕਿਸੇ ਤੇ ਆ ਜਾਵੇ ਉਹਦੀ ਕਿਰਪਾ ਦ੍ਰਿਸ਼ਟੀ ਤੇ ਫਿਰ ਵੱਡੇ ਵੱਡੇ ਸੱਜਣ ਠੱਗ ਵਰਗਿਆਂ ਨੂੰ ਸੋਧ ਲੈਂਦਾ, ਭੂਮੀਏ ਚੋਰ ਵਰਗਿਆਂ ਨੂੰ ਵੀ ਬਦਲ ਲੈਂਦਾ। ਜੇ ਕਿਤੇ ਉਹ ਦਇਆ ਦੇ ਘਰ 'ਚ ਆ ਜੇ, ਸਾਡੇ ਤੇ ਰੀਝ ਜਾਵੇ, ਸਾਡੇ ਤੇ ਖੁਸ਼ ਹੋ ਜਾਵੇ, ਸਾਡੇ ਤੇ ਤਰੁੱਠ ਜਾਵੇ ਜੇ ਕਿਤੇ,
पर शर्त है कि थोड़ा एक दो कदम बंदे नूं भी चक्कने चाहिए है। तो वो कदम है अपने आप नूं सुधारना। भांडा धोए बैस धूप देवो तो दूधे को जावो। दुध पाउण वेले भी तो बंदा आप ही भांडा मांजदा है ना, दुध ही थोड़ा भांडा मांज के दुध पाऊगा। इस तरह ही मनुख पहला पुठे सीधे काम छड्डे और चरण शरण गुरु एक पैंडा जाए चल। गुरु वाल पहला कदम चके, अपने माड़ी सोच नूं बदलण दे लई माड़े काम करने छड्डे, तो परमेश्वर अगला कदम चक के उहदे वल आ जांदा। चरण शरण गुरु एक पैंडा जाए चल, सतगुरु कोट पैंडा आग्या होए लेत है। सदने कसाई की गल करिए जे, पहला कदम सदने ने चक्या। जिस वेले सदना कसाई आ रोजाना बकरे वढ़ वढ़ के बेचता है, तो एक दिन राजे के रिश्तेदार आ गए और राजे ने अपने किसी मंत्री नूं वजीर नूं भेजिया भी जाओ सदने तो मांस लैके आओ। शामां दा समय, सवेर दा वढ़िया होया बकरा सारा विक चुक्या, जिउंदा बकरा खड़ा घरे। हुण गुरु प्यारिओ, बंदा कई वारी सच नूं छड्ड के डरदा होया झूठ दा साथ दे दिंदा, पर जे किते उदों डरे ना, कंबे ना, तो गल बन जाती है। सदना जिस वेले इहदे कोले राजे दे बंदे गए भी मांस दे भाई 2-4 किलो, कहन लगे भी दे दिन्ने आ, पर सवेर वाला तो खत्म हो गया। जिउंदा बकरा खड़ा, हुण सोचां च पै गया भी जे मैं मांस ना दिता, राजे दे बंदे आ, कोई सज़ा दे देणगे। जे मैं हुणे बकरा वढ़ लिया, तड़के नूं बेहा हो जाऊगा, मुश्क जूगा। सोचां च पिया पिया ने छुरी चक्की ते सोचिया भी चल इहदी पिछली लत्त वढ़ के दे दिन्ने आ, बाकी तो तड़के साफ कर लांगे। जदों बकरे नूं वढ़ण वाल होया, इतिहासकार कहंदे आ बकरा हसिया, पर असल विच बंदे दी जमीर बोली। चलो आपां कह दिओ बकरा बोलिया। की कहंदा है? कहंदा नवीं भाजी ना पा, आ नवां काम ना कर। कई बारी तू मेरा सिर वढ़िया, मैं तेरा सिर वढ़िया, काम निबड़ जाता। तू लत्त वढ़ेगा, सारी रात तड़फेगा, फिर मैं तेरी लत्त वढ़िया करूँगा। आ नवां काम ना छेड़, धौन ही वढ़ दे, वढ़नी है तो लत्त ना वढ़ के सिट मैनू। भाव सदने की जमीन जाग पई, आत्मा जाग पई, दया आ गई हिरदे विच। दया आई तो धर्म पैदा हो गया भी विचारा जे मैं लत्त वढ़ के सिरदा। विचारा अज पहले दिन कहा नहीं, तो कदे उन्हें बकरे नूं विचारा नहीं कहा सीगा। धौन वढ़दा सीगा, 2 मिनट तड़फदा, आत्मा उड़ जाती, मांस बेच दिंदा। पर दिमाग च ख्याल आ गया, जमीर बोल पई, विचारा सारी रात तड़फूगा लत्त वढ़ के। बस दया आई ते धर्मी हो गया, ते राजे दे बंदियां तो ना डरदा होया कहंदा राजे नूं कह दिओ सदना मर गया, वो कसाई नहीं रहा, हुण कोई सतनाम श्री कह दिओ जाके राजे नूं भी सदना मर गया, मेरे कोल कोई मांस नहीं हैगा। ते जिहड़ा बकरा या 2-4 बकरे घरे खड़े सीगे, रस्सियां खोल के भजा दिते, कोई सतनाम। बस इन्ना ही टाइम लगदा धर्मी बनन दे विच, बहुता टाइम नहीं लगदा गा। अंदरों डर खत्म हो गया, दया आई तो दया ने डर खत्म करता। धर्म दे विच चलण दे वास्ते डर खत्म हो गया। जिवें भाई तारू सिंह वर्गियां दे अंदर राजियां दा जुल्म दा डर खत्म हो गया, वो दया दे विच आके लंगर चलाउंदे रहे। उन्हें लंगर बंद नहीं किया, भावें तारू सिंह की खोपड़ी ला दी गई। इस करके चरण शरण गुरु एक पैंडा जाए चल, सतगुरु कोट पैंडा आग्या होए लेत है। तो जिस वेले उन्हें जवाब दे दिता, उत्थों ही सदना कसाई जिहड़ा सदना भगत बन गया। तो वो सदना वेखो गुरबाणी दे विच सतगुरां ने कोल बिठा लिया उसनूं। भाव सदने दे भी शब्द गुरबाणी विच दर्ज कर दिते बई देखो रब चाहे तो ऐदां बदल सकदा। चरण शरण गुरु एक पैंडा जाए चल, सतगुरु कोट पैंडा आग्या होए लेत है।
ਭਾਵਨੀ ਭਗਤ ਹੋਏ ਕੌਡੀ ਅਗਰ ਭਾਗ ਰੱਖੈ ਸਤਿਗੁਰੂ ਤਾਹੇ ਸਰਬ ਨਿਧਾਨ ਦਾਨ ਦੇਤ ਹੈ। ਇਹ ਕਮੈਂਟ ਵਿੱਚ ਗੁਰੂ ਸਾਰੇ ਖਜ਼ਾਨੇ ਦੇ ਸਕਦਾ ਹੈ, ਪਰ ਸਿੱਖ ਭਾਵਨਾ ਨਾਲ ਭਾਵੇਂ ਇੱਕ ਕੌਡੀ ਗੋਲਕ ਵਿੱਚ ਪਾ ਦੇਵੇ, ਭਾਵ ਇੱਕ ਕੌਡੀ ਮੂਹਰੇ ਰੱਖ ਦੇਵੇ। ਉਦੋਂ ਕੌਡੀ ਚੱਲਦੀ ਸੀ, ਅੱਜ ਪੈਸੇ ਚੱਲਦੇ ਆ, ਪਰ ਇੱਥੇ ਮਾਇਆ ਨਾਲ ਤਲਕ ਨਹੀਂ ਹੈਗਾ। ਕੌਡੀਆਂ ਤੁਹਾਡੀਆਂ ਅੱਖਾਂ ਵੀ ਹੈ, ਇਹ ਵੀ ਕੌਡੀਆਂ ਵਰਗੀਆਂ ਹੈ। ਜੇ ਕੋਈ ਆਪਣੇ ਨੇਤਰਾਂ ਨੂੰ ਗੁਰੂ ਚਰਨਾਂ ਨਾਲ ਜੋੜ ਲਵੇ, ਜੇ ਕੋਈ ਗੁਰੂ ਵਾਲਾ ਬਣ ਜਾਵੇ, ਪਰਮੇਸ਼ਰ ਦਾ ਧਿਆਨ ਧਰ ਲਵੇ, ਤੇ ਪਰਮੇਸ਼ਰ ਉੱਤੇ ਕਿਰਪਾ ਕਰਕੇ ਆਪਦਾ ਬਣਾ ਲੈਂਦਾ। ਕਰਮ ਹੋਵੇ ਸਤਿਗੁਰੂ ਮਿਲਾਏ। ਇਹ ਕਰਮ ਸਦਨੇ ਤੋਂ ਜ਼ਿੰਦਗੀ 'ਚ ਇੱਕ ਵਾਰੀ ਹੋਇਆ ਦਇਆ ਦਾ, ਤੇ ਉਸ ਦਇਆ ਦੇ ਨਾਲ ਜਿਹੜਾ ਕਸਾਈ ਸੀਗਾ ਉਹ ਧਰਮੀ ਬਣ ਗਿਆ। ਪਰ ਦਇਆ ਨਾ ਹੋਵੇ ਤੇ ਫਿਰ ਇਤਿਹਾਸਕਾਰ ਰਿਸ਼ੀ ਮੁਨੀ ਕਹਿੰਦੇ ਆ ਵੱਡੇ ਵੱਡੇ ਸਿੱਧ ਵੀ ਕਸਾਈ ਆ, ਵੱਡੇ ਵੱਡੇ ਬ੍ਰਾਹਮਣ ਵੀ ਕਸਾਈ ਆ, ਵੱਡੇ ਵੱਡੇ ਧਰਮੀ ਵੀ ਕਸਾਈ ਆ, ਜੇ ਮਨ ਵਿੱਚ ਦਇਆ ਨਹੀਂ ਹੈਗੀ। ਦਇਆ ਦੇ ਵਿੱਚ ਆ ਕੇ ਗੁਰੂ ਨਾਨਕ ਨੇ ਲੰਗਰ ਚਲਾਉਣ ਦੀ ਪਿਰਤ ਪਾਈ, ਤੇ ਅੱਜ ਉਹ ਦਇਆ ਕਰਕੇ ਲੰਗਰ ਚੱਲ ਰਹੇ ਆ ਗੁਰੂ ਨਾਨਕ ਦੇ ਚਲਾਏ ਹੋਏ। ਕਰੋਨਾ ਦੇ ਵਿੱਚ ਦਇਆ ਕਰਕੇ ਗੁਰੂ ਕੇ ਪਿਆਰਿਆਂ ਨੇ ਜਗ੍ਹਾ ਜਗ੍ਹਾ ਤੇ ਲੰਗਰ ਚਲਾਏ। ਕਰੋਨਾ ਨਾਲ ਭਾਵੇਂ ਦੁਨੀਆ ਮਰੀ, ਪਰ ਭੁੱਖੀ ਨਹੀਂ ਮਰਨ ਦਿੱਤੀ ਗੁਰੂ ਕੇ ਪਿਆਰਿਆਂ ਨੇ। ਕੋ ਸਤਨਾਮ ਖਾਲਸਾ ਏਡ ਵਰਗੀਆਂ ਸਿੱਖ ਸੰਗਤਾਂ ਨੇ ਭੁੱਖੇ ਨਹੀਂ ਮਰਨ ਦਿੱਤਾ। ਬਿਮਾਰੀਆਂ ਨਾਲ ਭਾਵੇਂ ਮਰ ਗਏ ਲੋਕ। ਤੇ ਇਸ ਕਰਕੇ ਦਇਆ ਤੋਂ ਹੀ ਧਰਮ ਪੈਦਾ ਹੁੰਦਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਤੋ ਇਸ ਕਰਕੇ ਬਾਬਾ ਜੀ ਕਹਿ ਰਹੇ ਹਨ, ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਨਿਆ। ਜਦੋਂ ਬੰਦੇ ਨੇ ਆਪਣਾ ਹੰਕਾਰ ਛੱਡ ਦਿੱਤਾ, ਹੰਕਾਰ ਨੂੰ ਮਾਰ ਲਿਆ, ਸੰਤੋਖ ਵਿੱਚ ਆ ਗਿਆ, ਤਾਂ ਉਸ ਨੂੰ ਸੁੱਖ ਪ੍ਰਾਪਤ ਹੋਇਆ। ਜਦੋਂ ਮਾਇਆ ਦਾ ਮੋਹ ਖਤਮ ਹੋ ਗਿਆ। ਮਾਇਆ ਕਈ ਤਰ੍ਹਾਂ ਦੀ ਹੈ, ਬੱਚੇ ਵੀ ਮਾਇਆ ਹੈ, ਇਸਤਰੀ ਵੀ ਮਾਇਆ ਹੈ, ਸੰਪਤੀ ਵੀ ਮਾਇਆ ਹੈ, ਪੈਸਾ ਵੀ ਮਾਇਆ ਹੈ। ਜਿੰਨਾ ਚਿਰ ਇਹਨਾਂ ਦੇ ਮੋਹ ਵਿੱਚ ਆ, ਉਹਨਾਂ ਚਿਰ ਹੰਕਾਰ ਵੀ ਕੰਮ ਕਰਦਾ ਹੈ। ਜੇ ਕੋਈ ਆਪਣੇ ਬੱਚਿਆਂ ਦੀ ਸਹੂਲਤ ਵਾਸਤੇ ਕੋਈ ਚੀਜ਼ ਪ੍ਰਾਪਤ ਨਹੀਂ ਕਰ ਸਕਦਾ, ਪਹਿਲੀ ਗੱਲ ਤਾਂ ਹੰਕਾਰ ਵਿੱਚ ਕਰਦਾ, ਠੱਗੀ ਮਾਰੇ, ਚੋਰੀ ਕਰੇ, ਜਿਵੇਂ ਮਰਜ਼ੀ, ਬੱਚਿਆਂ ਨੂੰ ਖੁਸ਼ ਰੱਖਣ ਵਾਸਤੇ, ਇਸਤਰੀ ਨੂੰ ਖੁਸ਼ ਕਰਨ ਵਾਸਤੇ ਘਰੇ ਸਭ ਕੁਝ ਲਿਆਉਂਦਾ। ਪਰ ਜੇ ਕੋਈ ਚੀਜ਼ ਨਹੀਂ ਪ੍ਰਾਪਤ ਹੁੰਦੀ, ਉਹਨੂੰ ਪ੍ਰਾਪਤ ਕਰਨ ਵਾਸਤੇ ਜ਼ੋਰ ਲਾਉਂਦਾ, ਨਹੀਂ ਪ੍ਰਾਪਤ ਹੁੰਦੀ ਫਿਰ ਗੁੱਸਾ ਕਰਦਾ, ਕ੍ਰੋਧ ਆਉਂਦਾ। ਤੇ ਜੇ ਸੰਤੋਖ ਆ ਗਿਆ, ਫਿਰ ਕਾਹਦੇ ਵਾਸਤੇ ਮਾਰਨਾ ਕਿਸੇ ਨੂੰ, ਕਾਹਦੇ ਵਾਸਤੇ ਕ੍ਰੋਧ ਕਰਨਾ। ਵਾਲਮੀਕ ਵੀ ਤਾਂ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਬੱਚਿਆਂ ਨੂੰ ਅਨੇਕਾਂ ਲੋਕਾਂ ਨੂੰ ਲੁੱਟਮਾਰ ਕਰਦਾ ਸੀ, ਠੱਗੀਆਂ ਮਾਰਦਾ ਸੀ, ਲੁੱਟਦਾ ਸੀ ਰਸਤੇ 'ਚ। ਪਰ ਜਿੱਦੇ ਸਾਧੂਆਂ ਨੇ ਸਮਝਾ ਦਿੱਤਾ, ਉਹਦੇ ਗਿਆਨ ਹੋ ਗਿਆ। ਉਹ ਵਾਲਮੀਕ ਇੱਕ ਵੱਡਾ ਰਿਸ਼ੀ ਬਣ ਗਿਆ। ਕੋ ਸਤਨਾਮ, ਜਿਹਨੇ ਇੱਕ ਮਹਾਨ ਰਮਾਇਣ ਲਿਖ ਦਿੱਤੀ। ਸ਼ਾਂਤੀ ਕਿਵੇਂ ਆਈ, ਰਾਮ ਕਿਵੇਂ ਆਇਆ, ਸੁੱਖ ਕਿਵੇਂ ਆਇਆ ਅੰਦਰ। ਰਮਾਇਣ ਉਹਨੇ ਅੰਦਰ ਦੀ ਲਿਖੀ ਸੀ। ਕਈ ਲੋਕ ਕਹਿ ਦਿੰਦੇ ਆ ਬਈ ਵਾਲਮੀਕ ਨੇ ਜਿਹੜੀ ਰਮਾਇਣ ਲਿਖੀ ਆ, ਰਾਮਚੰਦਰ ਦੇ ਆਉਣ ਤੋਂ 10,000 ਸਾਲ ਪਹਿਲਾਂ ਲਿਖਤੀ। ਉਹਨੇ ਕੋਈ ਇਹ ਐਕਟਰ ਨਹੀਂ ਸੀ ਲਿਆ ਵੀ ਇੱਕ ਰਾਵਣ ਹੋਊਗਾ, ਇੱਕ ਰਾਮ ਹੋਊਗਾ, ਇੱਕ ਸ਼ਤਰੂਘਨ ਹੋਊਗਾ, ਇਹ ਲੋਕ ਹੋਣਗੇ, ਨਹੀਂ। ਉਹਨੇ ਤਾਂ ਆਪਣੇ ਅੰਦਰਲੀ ਰਮਾਇਣ ਲਿਖੀ ਸੀ। ਮਨ ਜਿਹੜਾ ਹੈ ਇਹ ਰਾਜਾ ਹੈ, ਔਰ ਗੁਰੂ ਪਿਆਰੋ ਸ਼ਬਦ ਜਿਹੜਾ ਅੰਦਰ ਉਹ ਰਾਮ ਹੈ। ਆਤਮਾ ਜਿਹੜੀ ਹੈ ਉਹ ਰਾਮ ਦੀ ਸੀਤਾ ਹੈ। ਤੇ ਮਨ ਦੇ ਸਾਥੀ ਉਹ ਪੰਜ ਕਾਮ ਕੋ ਲੋਭ ਮੋਹ ਹੰਕਾਰੀ, ਇਹ ਰਾਵਣ ਦੇ ਸਾਥੀ ਹਨ। ਮੋਹ ਦੇ ਵਿੱਚ ਬੰਦਾ ਮੋਹ ਦੀ ਨੀਂਦ ਵਿੱਚ ਸੌਂ ਜਾਂਦਾ ਹੈ। ਉਹ ਜਿਹੜਾ ਉਹਦਾ ਬਾਹਲਾ ਜ਼ਿਆਦਾ ਸੌਂਦਾ ਹੈ, ਰਾਵਣ ਦਾ ਸਾਥੀ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਪੰਜੇ ਜਿਹੜੇ ਹਨ, ਜਦੋਂ ਮਨ ਪੁੱਠੇ ਪਾਸੇ ਚੱਲਦਾ, ਇਹ ਪੰਜੇ ਇਹਦਾ ਸਾਥ ਦਿੰਦੇ ਆ। ਤੇ ਇਸ ਕਰਕੇ ਗੁਰੂ ਪਿਆਰਿਓ, ਇਹ ਸਾਰਾ ਕੁਝ ਇਹਦੇ ਅੰਦਰ ਹੀ ਹੈ। ਤੇ ਵਾਲਮੀਕ ਨੇ ਇੰਨਾ ਗਿਆਨ ਹੋ ਗਿਆ, ਸਾਧੂਆਂ ਨੇ ਸਿਮਰਨ ਦੀ ਜੋਗਤ ਦੱਸੀ। ਜਦ ਉਹਨੇ ਲਗਾਤਾਰ ਬੈਠ ਕੇ ਸਿਮਰਨ ਕੀਤਾ, 1 ਸਾਲ ਬਾਅਦ ਉਹਨਾਂ ਸਾਧੂਆਂ ਦਾ ਫਿਰ ਗੇੜਾ ਵੱਜਿਆ। ਕਹਿੰਦੇ ਯਾਰ ਇੱਥੇ ਇੱਕ ਬੰਦਾ ਬਿਠਾਇਆ ਸੀ ਆਪਾਂ ਨਾਮ ਜਪਣ ਲਈ, ਲੱਭੋ ਉੱਠ ਗਿਆ ਕਿ ਬੈਠਾ ਕਿਤੇ, ਕਿਉਂਕਿ ਸਮਾਧੀ ਲਵਾ ਦਿੱਤੀ। ਮੁੜ ਕੇ ਸੁੱਟ ਜੁੜ ਕੇ, ਮੁੜ ਕੇ ਉਹਦਾ ਉੱਠਣ ਦਾ ਧਿਆਨ ਹੀ ਨਹੀਂ ਆਇਆ, ਨਾ ਉਹਨੇ ਜੀ ਕੀਤਾ।
ਲੱਭਦਿਆਂ ਲੱਭਦਿਆਂ ਇੱਕ ਦਰਖਤ ਦੇ ਕਿਨਾਰੇ ਜਿੱਥੇ ਢੋਲ ਆ ਕੇ ਬੈਠਾ ਸੀਗਾ ਉੱਥੇ ਪੱਤਿਆਂ ਦਾ ਢੇਰ ਲੱਗਿਆ ਪਿਆ, ਕਿਉਂਕਿ ਕਈ ਪਤਝੜਾਂ ਆਈਆਂ, ਹਨੇਰੀਆਂ ਆਈਆਂ, ਪੱਤੇ ਇਕੱਠੇ ਹੁੰਦੇ ਰਹੇ ਅਤੇ ਉਹ ਪੱਤਿਆਂ ਦੇ ਵਿੱਚ ਹੀ ਦੱਬਿਆ ਗਿਆ, ਲੁਕ ਗਿਆ। ਜਦੋਂ ਉਹਨਾਂ ਰਿਸ਼ੀਆਂ ਨੇ ਉਹ ਪੱਤੇ ਪਾਸੇ ਕੀਤੇ ਅਤੇ ਪੱਤਿਆਂ ਦੇ ਥੱਲਿਓਂ ਵਾਲਮੀਕ ਬੈਠਾ ਮਿਲਿਆ। ਫਿਰ ਉਸ ਨੂੰ ਸਿਮਨ ਵਿੱਚੋਂ ਬਾਹਰ ਕੱਢਿਆ, ਪਰ ਇੰਨੇ ਸਮੇਂ ਦੇ ਵਿੱਚ ਉਸ ਵਾਲਮੀਕ ਦੇ ਅੰਦਰ ਕਿੰਨਾ ਗਿਆਨ ਪੈਦਾ ਹੋ ਗਿਆ। ਉਹਨੇ ਅੰਦਰਲੀ ਰਮਾਇਣ ਲਿਖਤੀ, ਸਾਡੇ ਅੰਦਰ ਕੀ ਕੁਝ ਚੱਲ ਰਿਹਾ ਹੈ ਉਹ ਸਭ ਕੁਝ ਉਸ ਨੇ ਬਾਹਰ ਲਿਖ ਦਿੱਤਾ। ਸਮਾਂ ਆਇਆ ਅਤੇ ਉਸ ਤੋਂ ਬਾਅਦ ਉਸ ਤਰ੍ਹਾਂ ਦੇ ਹੀ ਐਕਟਰ ਪੈਦਾ ਹੋ ਗਏ। ਰਾਮਚੰਦਰ ਹੋ ਗਿਆ, ਲਛਮਣ ਹੋ ਗਿਆ, ਸੀਤਾ ਹੋ ਗਈ, ਰਾਵਣ ਹੋ ਗਿਆ, ਕੁੰਭਕਰਨ ਹੋ ਗਿਆ ਜਿਹੜਾ ਬਾਹਲਾ ਸੌਂਦਾ। ਇਹ ਮੋਹ ਹੈ, ਕੁੰਭਕਰਨ ਦੀ ਨੀਂਦ ਹੈ। ਇਹ ਜਿਹੜਾ ਮੋਹ ਦੀ ਨੀਂਦ ਹੈ ਨਾ, ਕੁੰਭਕਰਨ ਦੀ ਨੀਂਦ ਹੈ। ਇਸੇ ਤਰ੍ਹਾਂ ਉਹ ਸਾਰੇ ਸਾਡੇ ਅੰਦਰੇ ਹੀ ਪੈਦਾ ਹੋ ਗਏ। ਤੋ ਫਿਰ ਕੀ ਹੋਇਆ, ਇਸ ਨੂੰ ਗਿਆਨ ਹੋਇਆ ਅਤੇ ਇਸ ਨੇ ਸਭ ਕੁਝ ਅੰਦਰੋਂ ਦੇਤਾ ਅਤੇ ਹੰਕਾਰ ਖਤਮ ਹੋ ਗਿਆ, ਲੁੱਟਮਾਰ ਖਤਮ ਹੋ ਗਈ। ਹਉਮੈ ਮਾਰ ਸਦਾ ਸੁਖ ਪਾਇਆ, ਕਿਉਂਕਿ ਉਹਨੂੰ ਗਿਆਨ ਹੋ ਗਿਆ। ਜਦੋਂ ਸਾਰਿਆਂ ਨੇ ਜਵਾਬ ਦੇਤਾ, ਪੁੱਛਣ ਗਿਆ ਸੀ ਨਾ ਘਰ ਵਾਲੇ ਨੂੰ, ਕਹਿੰਦਾ ਭਗਵਾਨੇ ਮੈਂ ਲੁੱਟਮਾਰ ਕਰਕੇ ਤੇਰੇ ਵਾਸਤੇ ਕਮਾਈ ਕਰਕੇ ਲਿਆਉਣਾ, ਜੇ ਕੱਲ੍ਹ ਨੂੰ ਭਲਾ ਮੈਂ ਫੜਿਆ ਜਾਵਾਂ, ਮੇਰੇ ਜਮਦੂਤ ਕੁੱਟਣ ਜਾਂ ਬਾਤਲੋਕ ਦੇ ਵਿੱਚ ਕੁੱਟ ਪਵੇ, ਵਿੱਚੋਂ ਅੱਧਾ ਬਣਾਵੇਂਗੀ? ਕਹਿੰਦੀ ਕਿਉਂ, ਮੈਂ ਤੇਰੇ ਮਗਰ ਕੁੱਟ ਖਾਣ ਨੂੰ ਲੱਗੀ ਹਾਂ, ਮੈਨੂੰ ਤਾਂ ਜਿੱਥੋਂ ਮਰਜ਼ੀ ਲਿਆ ਕੇ ਖਵਾ, ਮੈਂ ਕਿਉਂ ਕੁੱਟ ਖਾਊਂਗੀ? ਮਾਂ ਪਿਓ ਨੂੰ ਪੁੱਛਿਆ, ਬਾਪੂ ਤੁਸੀਂ ਦੱਸੋ ਵਿੱਚੋਂ ਹਿੱਸਾ ਬਣਾਓਗੇ, ਸਜ਼ਾ ਦਿਓ? ਕਹਿੰਦੇ ਨਾ, ਤੈਨੂੰ ਇਸ ਕਰਕੇ ਥੋੜ੍ਹਾ ਜੰਮਿਆ ਵੀ ਅਸੀਂ ਡੰਡੇ ਖਾਈਏ। ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਉਹਨਾਂ ਨੇ ਵੀ ਕਿਹਾ ਕੋਈ ਚੱਜ ਦਾ ਕੰਮ ਕਰ ਲਾ, ਇਹ ਥੋੜ੍ਹਾ ਕਿਹਾ ਵੀ ਤੂੰ ਠੱਗੀਆਂ ਮਾਰ ਕੇ ਲਿਆ, ਕੋਈ ਹੋਰ ਕੰਮ ਕਰ ਲਾ। ਜਵਾਕਾਂ ਨੂੰ ਪੁੱਛਿਆ, ਪੁੱਤ ਤੁਸੀਂ ਤਾਂ ਮੇਰੇ ਨਾਲ ਰਹਾਂਗੇ ਨਾ, ਤੁਹਾਨੂੰ ਮੈਂ ਇੰਨੀਆਂ ਮਿੱਠੀਆਂ ਚੀਜ਼ਾਂ ਲਿਆ ਕੇ ਦਿੰਦਾ। ਕਹਿੰਦੇ ਬਾਪੂ ਸਭ ਝੂਠ ਹੈ, ਖਾਣਾ ਅਸੀਂ ਤੈਥੋਂ ਹੀ ਆ, ਤੂੰ ਸਾਨੂੰ ਜੰਮਿਆ ਕਾਹਦੇ ਵਾਸਤੇ ਆ? ਨਾ ਜੰਮਦਾ ਨਹੀਂ ਖਵਾ ਸਕਦਾ ਸੀ ਤਾਂ। ਹੁਣ ਤੇਰੀ ਮਰਜ਼ੀ ਹੈ, ਤੂੰ ਲੁੱਟ ਮਾਰ ਕੇ ਲਿਆ ਅਤੇ ਜਿਹੇ ਮਿਹਨਤ ਕਰਕੇ ਲਿਆ। ਅਸੀਂ ਤਾਂ ਨਹੀਂ ਕਹਿੰਦੇ ਲੁੱਟ ਮਾਰ ਕਰਨ ਨੂੰ, ਅਸੀਂ ਕੋਈ ਸਜ਼ਾ ਭੋਗਾਂਗੇ। ਉੱਥੋਂ ਫਿਰ ਵਾਲਮੀਕ ਨੂੰ ਗਿਆਨ ਹੋ ਗਿਆ ਵੀ ਯਾਰ ਵਾਕਿਆ ਇਸ ਕੋਈ ਨਹੀਂ ਕਿਸੇ ਦਾ, ਇੱਥੇ ਸਭ ਖਾਣ ਵਾਲੇ ਹੀ ਹੈ। ਜਿੰਨਾ ਚਿਰ ਇਹਨਾਂ ਨੂੰ ਖਵਾਓ ਉਹਨਾਂ ਚਿਰ ਤਾਂ ਆਪਣੇ ਆ, ਨਾ ਖਵਾਓ ਤਾਂ ਫਿਰ ਤੂੰ ਕੌਣ ਅਤੇ ਮੈਂ ਕੌਣ? ਕਹੋ ਸਤਨਾਮ ਸੀ। ਇਸ ਕਰਕੇ ਜਦੋਂ ਗੁਰੂ ਕਿਰਪਾ ਕਰਦਾ ਅਤੇ ਫਿਰ ਆਹ ਕਿਰਪਾ ਕਰਦਾ, ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿੱਤ ਲਾਏ। ਜਦੋਂ ਸਤਿਗੁਰੂ ਮਿਲਦਾ ਹੈ ਅਤੇ ਫਿਰ ਸਾਨੂੰ ਸ਼ਬਦ ਦੀ ਨਾਲ ਜੋੜਦਾ ਹੈ, ਸਾਡੀ ਸੁਰਤ ਨੂੰ ਸ਼ਬਦ ਨਾਲ ਜੋੜਦਾ, ਜਿਵੇਂ ਵਾਲਮੀਕ ਨੂੰ ਜੋੜਤਾ, ਜਿਵੇਂ ਸਧਨਾ ਕਸਾਈ ਜੁੜ ਗਿਆ। ਉਹਨਾਂ ਦੇ ਅੰਦਰੋਂ ਫਿਰ ਪੰਜੇ ਵਿਕਾਰ ਭੱਜ ਜਾਂਦੇ ਆ, ਕਿਉਂਕਿ ਹੁਣ ਮਨ ਉਹਨਾਂ ਦੇ ਮਗਰ ਨਹੀਂ ਲੱਗਦਾ। ਹੁਣ ਮਨਮੁਖ ਨਹੀਂ ਰਿਹਾ, ਗੁਰਮੁਖ ਬਣ ਗਿਆ। ਹੁਣ ਮਨ ਉਹਨਾਂ ਪੰਜਾਂ ਦੀ ਗੱਲ ਨਹੀਂ ਮੰਨਦਾ, ਉਹ ਵੀ ਤੁਰ ਜਾਂਦੇ ਆ। ਫਿਰ ਹਉਮੈ ਮਾਰ ਸਦਾ ਸੁਖ ਪਾਇਆ, ਇਹ ਮੁਖੀ ਹੈ ਇਹਨਾਂ ਪੰਜਾਂ ਦਾ, ਜਰਨੈਲ ਹੈ ਹਉਮੈ। ਜਦ ਹਉਮੈ ਮਰ ਗਿਆ, ਫੌਜ ਵੀ ਭੱਜ ਗਈ ਪਿੱਛੇ। ਨਿੰਦਿਆ ਚੁਗਲੀ ਈਰਖਾ ਦੂਈ ਦਵੈਤ ਸਾੜਾ ਆਦਿ, ਮੋਹ ਲੋਭ ਲਾਲਚ ਕਾਮ ਕ੍ਰੋਧ, ਇਹ ਸਾਰੇ ਭੱਜ ਗਏ ਜਦੋਂ ਹਉਮੈ ਮਰ ਗਿਆ। ਹਉਮੈ ਦੀਰਘ ਰੋਗ ਹੈ, दारू पी समाहे, कृपा करे जे अपनी ता गुर का शब्द कमाहे। हउमੈ मार सदा सुख पाया, माया मोह चुकावनिया। मैं बलिहारे जावां ਇਹੋ ਜਿਹੇ सतगुरु तो ਜਿਹੜਾ ਮੈਨੂੰ ਵੱਡੇ ਕਰਮਾਂ ਨਾਲ ਵੱਡੇ ਭਾਗਾਂ ਨਾਲ ਮਿਲ ਗਿਆ। ਹਉ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਿਹਾਰਨਿਆ। ਜਿਹੜਾ ਮੈਨੂੰ ਸੱਚ ਨਾਲ ਜੋੜਨ ਵਾਲਾ ਗੁਰੂ, ਸਤਿਗੁਰ ਜੋ ਸੱਚ ਦੇ ਨਾਲ ਜੋੜਨ ਵਾਲਾ। ਗੁਰ ਜੁਗਤ ਹੁੰਦਾ ਹੈ, ਗੁਰੂ ਹੁੰਦਾ ਜੁਗਤੀ ਦੱਸਣ ਵਾਲਾ। ਸਤਿਗੁਰੂ ਕਹਿ ਦਈਏ ਤਾਂ ਗੁਰੂ ਜੋ ਸਾਡੇ ਕੋਲ ਦਸਾਂ ਜਾਮਿਆਂ 'ਚ ਆਏ, ਜੋ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਡੇ ਕੋਲ ਹਨ, ਜਾਂ ਅਨੇਕਾਂ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਜਿਹੜੇ ਸਾਨੂੰ ਸੱਚ ਦੇ ਨਾਲ ਜੋੜਦੇ ਹੈ। ਸੇ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਜਿਹੜੇ ਸਾਨੂੰ ਉਹਦੇ ਨਾਲ ਜੋੜਨ ਵਾਲੇ ਹੈ। ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ। ਸੰਤ ਮਿਲਿਆ ਕਿ ਸੁਣੀਐ ਕਹੀਐ, ਮਿਲੇ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਐਸੇ ਰੱਬ ਦੇ ਪਿਆਰੇ ਮਿਲ ਜਾਣ ਤਾਂ ਉਹਨਾਂ ਦੀ ਸੰਗਤ ਕਰੀਏ। ਹਾਂ ਵਾਰੀ ਜੀਓ ਵਾਰੀ ਸਤਿਗੁਰ ਕਹਿ ਬਲਿਹਾਰਨਿਆ। ਮੈਂ ਬਲਿਹਾਰੇ ਜਾਵਾਂ ਸਤਿਗੁਰ ਤੋਂ,
क्यों बई की गल बनी? गल की बनी? गुरमति परगास होआ जी। गुरु की मत मिली ते अंदर ज्ञान हो गया, जिमें वाल्मीकि नूं हो गया को सतनाम सिंह। जब गुरु ने मत बख्शी, गुरमत बख्शी, मैं मनमत छड्डी ते गुरमत प्राप्त हुई। गुरमति प्रगास होआ जी, अंदर ज्ञान हो गया। ये काहदे नाल होया? जदों गुरु के दसे मुताबक मैं जपना किया। अण दिन हर गुण गावणिया, अण दिन बिना नागा पाया। रोजाना जदों मैं हरि दे गुण गाने कीते तो गुरु की मत करके, गुरु की कृपा करके मेरे अंदर भी ज्ञान हो गया। गुरमति प्रगास होआ जी, अण दिन हर गुण गावणिया। जदों मैं जी करके, भाव हिरदे करके, आत्मा करके, मन करके जदों मैं लगातार जपना शुरू किया, रहाओ। ये गल बनी किवें? रहाओ ते रोक के पातशाह कहते सोचो भला ये गल बनी किवें? ये बनाई गुरु ने। गुरु ने मार्ग दसिया, तन मन खोजै तां नाउ पाए। जदों गुरु की कृपा लैके जीव आपदे अंदर जाता है, आपकी खोज करता है। ये रिसर्च है, साइंस ने बाहर की है, गुरु प्यारियां ने अंदर की है। और गुरु प्यारियां ने कीती की? गुरु ने हाथ फड़ के करा दी। जिसे जनाए सो जन जाने, नानक हर गुण आख वखाने। गुरु ने आप साडी बाह फड़ के सानू ये ज्ञान दे विच लै गया। आप सानू ये संसार समुंदर का ज्ञान दे दिता बाह फड़ के। पल्ला फड़िया सी गुरु का जद, तां अंदरों खोज हुई। तन मन खोजै तां नाउ पाए। जिस नाम के बारे गुरु ने मैनू बाहरों दसिया, वो मैं अपने अंदरों लभ्या, सब दे अंदर पिया। दसन वाला गुरु है, वो मार्गदर्शन करता, सिखा ऐदा कर। फिर अंदर जाता है तो अंदरों वो जानकारी मिलती है। जब अंदरों जानकारी मिलती है तो वही फिर बाहर दिखाई दिंदा। भगत पीपा जी कहते जो ब्रह्मंडे सोई पिंडे, जो खोजै सो पावै। पीपा प्रणवै परम तत्त है, सतगुर होए लिखावै। पीपे नूं भी बाहरों कितों ज्ञान मिलिया, फिर अंदर गया तो अंदरों खोज की तो अंदर सारे ही उसका ज्ञान प्राप्त होया। जदों गुरु कृपा करता, सिख नूं अंदर वड़दा है, वाड़दा है, तो फिर अंदरों खोज करे। जिहड़ा चुप करके बैठना है ना, सुरत नूं अपने निज स्वरूप नाल जोड़ के जिहड़ा बैठना है, ये सुरत साडी अंदर खोज करती है, रिसर्च करती है, डुबदी है। जिहड़ी सुरत साडी बाहर फैली हुई है, इनू बाहरों बंद करके इसे पावर नूं अंदर लैके जाना। बंदे खोज दिल हर रोज, ना फिर परेशानी माहे, बाहरियां परेशानियां छड्ड के अंदर जाना। जद जीव अंदर जाएगा, फिर अपने अंदरों अनेकों तरह के कौतक इहनूं दिखाई देणगे। पर अंदर जाने की सलाह ही नहीं करता, क्योंकि बाहर ही जुड़ गया। जिदन का जन्म होया उदन का बाहर ही बाहर जा रहे है। जां तिस भाना ता जम्मिया, परिवार भला पाया, लिव छुड़की लगी तृष्णा माया, अमर बरताया। ते गुरु वो लिव लाउणी दुबारे सिखाउंदा है। बस गुरु की इसे करके लोड़ पैंदी है कि जिथों ये टुटिया मुड़ के उत्थे जोड़ देवे। टूटी गंढ नहार गोपाल, परमेश्वर टुट्टी जोड़न वाला है। पर परमेश्वर दूजा रूप धार के इत्थे मनुख बन के दसन भी आया। आप नरैन कला धार जग मह परवरियो, निरंकार आकार जोत जग मंडल करियो। जो निरंकार ने इत्थे आकार धार के शरीर लैके भाव नानक बन के आउणा कीता, सानू टुटियां नूं उत्थे जोड़िया जिथे असी जम्मण तो पहला जुड़े हुए सी। जन्म लैंदियां टुट गए। पहले प्यार लगा थन दुध, दूजा माए बाप की सुध, तीजा भैया भाभी बेव, चौथा प्यार पन्नी खेड़, पंजवें खान पीन की धात, छेवें काम न पुछै जात। 100 साल की जिंदगी मन्नी है। इयों दिनों दिन बंदा अपने स्वरूप तो अपने आपे तो दूर चलिया जा रहा है।
ਕਰਮ ਹੋਵੇ ਸਤਿਗੁਰੂ ਮਿਲਾਏ। ਤੇ ਜਿੱਦੇ ਚੰਗੇ ਭਾਗਾਂ ਨਾਲ ਗੁਰੂ ਕੋਲੇ ਆਉਂਦਾ ਹੈ ਤੇ ਗੁਰੂ ਫਿਰ ਕੀ ਕਰਦਾ, ਸੇਵਾ ਸੁਰਤ ਸ਼ਬਦ ਚਿੱਤ ਲਾਏ, ਇਹਨੂੰ ਮੋੜ ਕੇ ਉੱਥੇ ਲੈ ਜਾਂਦਾ ਜਿੱਥੋਂ ਇਹ ਟੁੱਟਿਆ ਹੁੰਦਾ। ਪੰਜਵੇਂ ਪਾਤਸ਼ਾਹ ਜੀ ਆਪਣੇ ਬਚਨਾਂ ਵਿੱਚ ਗੱਲ ਕਰਦੇ ਨੇ, ਮਹਾਰਾਜ ਉਹ ਕਿੱਥੇ ਜੁੜਿਆ ਸੀ ਮੈਂ ਦੱਸੋ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਾਤਾ ਦੇ ਗਰਭ ਦੇ ਵਿੱਚ ਮੈਂ ਕਿਹੜਾ ਸਿਮਰਨ ਕਰਦਾ ਸੀਗਾ ਤੁਹਾਡਾ, ਜਿੱਥੇ ਤੁਸੀਂ ਮੈਨੂੰ ਉਸ ਭਿਆਨਕ ਅੱਗ ਤੋਂ ਬਚਾਇਆ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜਿਹੜੀਆਂ ਲਹਿਰਾਂ ਉੱਥੇ ਹੀ ਆਉਂਦੀਆਂ ਸੀਗੀਆਂ ਉਹੀ ਬਾਹਰ ਮਾਇਆ ਦੀਆਂ ਲਹਿਰਾਂ। ਜਿਵੇਂ ਉੱਥੇ ਬਚਾਇਓ ਉਵੇਂ ਇੱਥੇ ਬਚਾਓ ਨਾ। ਉਹ ਸਿਮਰਨ ਦੱਸੋ ਕਿਹੜਾ ਮੈਨੂੰ। ਬਸ ਉਹ ਸਿਮਰਨ ਅਸੀਂ ਭੁੱਲ ਗਏ ਹਾਂ, ਇਸੇ ਕਰਕੇ ਗੁਰੂ ਦੀ ਲੋੜ ਪੈਂਦੀ ਹੈ। ਤਾਂ ਸਿੱਖ ਨੇ ਪੁੱਛਿਆ ਸੀ, ਮਹਾਰਾਜ ਫਿਰ ਉਹ ਪਰਮੇਸ਼ਰ ਆਪਣੇ ਰੰਗ ਵਿੱਚ ਕਿਵੇਂ ਰੰਗੇਗਾ? ਕਹਿੰਦੇ ਗੁਰੂ ਨੂੰ ਮਿਲ ਕੇ। ਤੇ ਗੁਰੂ ਕਿਵੇਂ ਮਿਲੇਗਾ? ਫਿਰ ਤੀਜੇ ਪਾਤਸ਼ਾਹ ਦਾ ਸ਼ਬਦ ਆਰੰਭ ਕੀਤਾ, ਕਰਮ ਹੋਵੇ ਸਤਿਗੁਰੂ ਮਿਲਾਏ, ਚੰਗੇ ਕਰਮ ਕਰ। ਬਾਹਰੀ ਤੌਰ 'ਤੇ ਜੀਵਨ ਵੀ ਬਦਲਣਾ ਚਾਹੀਦਾ, ਕੁਝ ਕੋਸ਼ਿਸ਼ ਮਨੁੱਖ ਨੂੰ ਵੀ ਕਰਨੀ ਚਾਹੀਦੀ ਹੈ। ਸ਼ਾਇਦ ਇਸੇ ਕਰਕੇ ਇੱਥੇ ਪਾਤਸ਼ਾਹ ਇੱਕ ਸੁਜੈਸ਼ਨ ਦਿੰਦੇ ਨੇ, ਹਮਰੀ ਗੰਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ। ਬਿਰਦ ਹੁੰਦਾ ਸੁਭਾਅ। ਇਹਦੇ ਦੋ ਅਰਥ ਹੈ। ਪਹਿਲਾ ਅਰਥ ਇਹ ਹੈ, ਬ੍ਰਹਮ ਗਿਆਨੀ ਤਾਂ ਇਹ ਕਹਿੰਦੇ ਆ, ਮਹਾਰਾਜ ਮੇਰੀਆਂ ਗਿਣਤੀਆਂ ਮਿਣਤੀਆਂ ਨਾ ਕਰੀ, ਤੇਰਾ ਸੁਭਾਅ ਹੈ ਤੂੰ ਬਖਸ਼ ਲੈ। ਪਰ ਮਨਮੁੱਖਾਂ ਨੂੰ ਗੁਰੂ ਕਹਿੰਦਾ ਵੀ ਤੂੰ ਆਪਦਾ ਸੁਭਾਅ ਦੇਖ, ਤੇਰਾ ਸੁਭਾਅ ਵਿਗੜਿਆ ਹੋਇਆ, ਇਹਨੂੰ ਬਦਲ। ਹਮਰੀ ਗੰਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਹੁਣ ਰੰਗ ਤਾਂ ਆਪਾਂ ਮੰਨਣਾ ਨਾ, ਇਹਦਾ ਮਤਲਬ ਗੁਰੂ ਸਾਹਿਬ ਆਪਾਂ ਨੂੰ ਕੁਛ ਕਹਿ ਰਹੇ ਨੇ। ਕੋ ਸਤਨਾਮ ਸੀ, ਪਰਮੇਸ਼ਰ ਤਾਂ ਰੰਗ ਵਿੱਚ ਰੰਗਿਆ ਹੋਇਆ, ਹੁਣ ਤਾਂ ਕਹਿਣ ਦੀ ਲੋੜ ਹੀ ਨਹੀਂ। ਆਪਾਂ ਥੋੜ੍ਹਾ ਕਹਿੰਦੇ ਰੱਬ ਨੂੰ ਵੀ ਤੂੰ ਰੰਗ ਮਾਣ। ਰੰਗ ਤਾਂ ਸਾਡੇ ਖਰਾਬ ਹੋਏ ਵੇ ਨੇ। ਗੁਰੂ ਵੀ ਰੰਗਾਂ 'ਚ ਖੇਡਦਾ, ਪਰਮੇਸ਼ਰ ਵੀ ਆਪਦੇ ਰੰਗਾਂ 'ਚ ਖੇਡਦਾ। ਰੰਗਾਂ ਵਿੱਚੋਂ ਤਾਂ ਬਦਰੰਗ ਮਨੁੱਖ ਹੋਇਆ ਵਾ। ਇਹਦਾ ਮਤਲਬ ਗੁਰੂ ਇੱਥੇ ਸਿੱਖ ਨੂੰ ਕਹਿ ਰਹੇ ਨੇ ਕਿ ਤੂੰ ਆਪਣਾ ਸੁਭਾਅ ਦੇਖ, ਜਿਹੜਾ ਮਾੜਾ ਸੁਭਾਅ ਉਹ ਬਦਲ। ਕਿਉਂਕਿ ਤੇਰੇ ਮਾਲਕ ਦਾ ਜਿਹੜਾ ਸੁਭਾਅ ਸੀ ਉਹ ਮਿੱਠ ਬੋਲੜਾ ਸੀਗਾ। ਬਚਪਨ ਦੇ ਵਿੱਚ ਬੱਚਾ ਸਾਨੂੰ ਕਿੱਡਾ ਚੰਗਾ ਲੱਗਦਾ, ਚਾਹੇ ਉਹ ਚਿੜੀ ਦਾ ਬੋਟ ਵੀ ਕਿਉਂ ਨਾ ਹੋਵੇ, ਚਾਹੇ ਮਨੁੱਖ ਦਾ ਬੱਚਾ ਹੋਵੇ, ਚਾਹੇ ਬੱਕਰੀ ਦਾ ਬੱਚਾ ਹੋਵੇ, ਚਾਹੇ ਗਾਂ ਦਾ ਬੱਚਾ ਹੋਵੇ। ਉਹ ਬੱਚਾ ਕਿਉਂ ਚੰਗਾ ਲੱਗਦਾ ਸਾਨੂੰ? ਇਹਦਾ ਕਾਰਨ ਕੀ ਹੈ? ਬੱਚਾ ਕੋਈ ਵੀ ਤੁਸੀਂ ਦੇਖ ਲਓ, ਹਿਰਨ ਦਾ ਬੱਚਾ ਛੋਟਾ ਜਿਹਾ, ਮਤਲਬ ਕਿ ਬੱਚਾ ਇਸ ਕਰਕੇ ਚੰਗਾ ਲੱਗਦਾ ਕਿ ਉਸ ਵੇਲੇ ਉਹਨਾਂ ਦੇ ਦਿਮਾਗ ਵਿੱਚ ਕਿਸੇ ਦੇ ਪ੍ਰਥਾਏ ਮਾੜੀ ਸੋਚ ਨਹੀਂ ਹੁੰਦੀ, ਮਾੜਾ ਫੁਰਨਾ ਨਹੀਂ ਹੁੰਦਾ। ਉਹਦੇ ਦਿਮਾਗ ਵਿੱਚ ਕਿਸੇ ਨੂੰ ਮਾਰਨ ਦਾ ਫੁਰਨਾ ਨਹੀਂ ਹੁੰਦਾ। ਇਸੇ ਕਰਕੇ ਬੱਚਾ ਸਾਨੂੰ ਚੰਗਾ ਲੱਗਦਾ, ਕਿਉਂਕਿ ਸਾਡੀਆਂ ਤਰੰਗਾਂ ਜਿਹੜੀਆਂ ਸਾਡੇ ਦਿਮਾਗ 'ਚ ਉੱਠਦੀਆਂ, ਦੂਜੇ ਨਾਲ ਜਾ ਕੇ ਵੱਜਦੀਆਂ, ਜਿਹਦੇ ਬਾਰੇ ਸੋਚਦੇ ਆ। ਜਿਹੋ ਜਿਹੀਆਂ ਸਾਡੀਆਂ ਤਰੰਗਾਂ ਹੋਣਗੀਆਂ ਉਹੋ ਜਿਹੀਆਂ ਉਹਦੇ ਅੰਦਰ ਹੋਣਗੀਆਂ। ਅਤੇ ਬੱਚੇ ਅੰਦਰ ਕੋਈ ਮਾੜੀ ਤਰੰਗ ਹੀ ਨਹੀਂ ਪੈਦਾ ਹੋ ਰਹੀ। ਇਸ ਕਰਕੇ ਸਾਨੂੰ ਉਹ ਬੱਚਾ ਚੰਗਾ ਲੱਗਦਾ, ਭਾਵੇਂ ਕਿਸੇ ਦਾ ਵੀ ਕਿਉਂ ਨਾ ਹੋਵੇ। ਪਰ ਜਿਵੇਂ ਜਿਵੇਂ ਵੱਡੇ ਹੋ ਜਾਂਦੇ ਆ, ਫਿਰ ਸਾਡੇ ਅੰਦਰ ਉਹ ਖਿੱਚ ਨਹੀਂ ਰਹਿੰਦੀ। ਤਾਂ ਮਤਲਬ ਕਿ ਸਾਡਾ ਜਿਹੜਾ ਬਚਪਨ ਦਾ ਸੁਭਾਅ ਸੀ, ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜੈਸੀ ਉਪਜੀ ਪੇੜ ਤੇ, ਜਿਹੋ ਜਿਹਾ ਮੁੱਢ 'ਚੋਂ ਸੀਗਾ। ਪੇੜ ਹੁੰਦਾ ਮੁੱਢ। ਜਿਹੋ ਜਿਹਾ ਆਰੰਭਤਾ ਸੋਈ ਸੀ, ਕਿਤੇ ਉਹੇ ਜਿਹਾ ਨਿਭ ਜਾਵੇ ਐਂਡ ਤੱਕ। ਬ੍ਰਹਮ ਗਿਆਨੀ ਰਿਸ਼ੀ ਮੁਨੀ, ਜਿਵੇਂ ਇੱਥੇ ਮਹਾਂਪੁਰਸ਼ ਹੁੰਦੇ ਸੀ ਭੁੱਖੜਦਾਸ ਜੀ, ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ, ਉਹਨਾਂ ਦਾ ਸੁਭਾਅ ਬਿਲਕੁਲ ਬੱਚਿਆਂ ਵਰਗਾ ਸੀਗਾ। ਕੋਈ ਗੁੱਸਾ ਨਹੀਂ ਸੀ, ਬੜੇ ਮਿੱਠ ਬੋਲੜੇ ਸੀਗੇ। ਪਰ ਜੋ ਮੂੰਹ 'ਚੋਂ ਨਿਕਲ ਜਾਂਦਾ ਉਹ ਪਾਰ ਹੋ ਜਾਂਦਾ। ਕੋਈ ਸਤਨਾਮ ਸੀ, ਉਹ ਜਾਣ ਕੇ ਨਹੀਂ ਕਹਿੰਦੇ ਸੀਗੇ, ਸਵੈ ਕੇ ਨਿਕਲ ਜਾਂਦਾ ਤੇ ਹੋ ਜਾਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ। ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ। ਤੇ ਬੰਦੇ ਨੂੰ ਵੀ ਕਹਿੰਦੇ ਸੁਭਾਅ ਬਦਲ। ਤੇ ਗੁਰੂ ਸਾਹਿਬ ਸਾਡੇ ਸੁਭਾਅ ਹੀ ਬਦਲਦੇ ਆ। ਤੇ ਜਦੋਂ ਸਾਡਾ ਸੁਭਾਅ ਹੋ ਗਿਆ ਚੰਗਾ, ਤੇ ਫਿਰ ਕਰਮ ਹੋਵੇ ਸਤਿਗੁਰੂ ਮਿਲਾਏ। ਤਾਂ ਕਿੰਨਾ ਕਿੰਨਾ ਚਿਰ ਪ੍ਰੀਖਿਆ ਲਈ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦਾ ਇਹ ਬਚਨ ਹੈ, ਇਹਨਾਂ ਨੇ 12 ਸਾਲ ਪਾਣੀ ਢੋਇਆ। ਕਿਸੇ ਵੇਲੇ ਇਹ ਨਗੁਰੇ ਸਨ, ਗੰਗਾ 'ਤੇ ਜਾਂਦੇ ਸਨ ਯਾਤਰਾ ਕਰਨ।
पर एक दिन एक रब का प्यारा चोट कर गया, वही अमरदास तेरा गुरु कौन है? कहते गुरु की की लोड़ है, ਆਪਾਂ ਤਾਂ गंगा के यात्री हाँ, अपनी तो मुक्ति गंगा ते होनी आ। पर देखो ब्रह्मचारी भी गंगा का यात्री सी, अमरदास जी भी गंगा के यात्री सन, और 65 साल की उम्र तक कोई 19-20 वारी वो गंगा ते जा आए सन। पर एक दिन वापस मुड़े तो वो गंगा का यात्री उन्होंने नाल वापस आ रहे हैं, क्योंकि इको रस्ते के पांधी सीगे, दोस्ती मित्रता बन जाती है। तो जिस वेले गुरु अमरदास जी का पिंड पहला आ गया, तो गुरु अमरदास जी कहने लगे भाई साहब अज रात साढ़े कोल ही कट लो, सुबह चले जाना, हुण नेरा भी हो गया, रात हो गई है। कहते ठीक आ। प्रशादा पानी छके आ, मंजे डाले पै गए, गल्लां बातां चल पियां। हो रब वालियां ने रब दीयां गल्लां करनियां, गल्लां बातां करदे करदे किते अचानचक जदों परमेश्वर ने किरपा करनी हुंदी आ, वो ब्रह्मचारी कहन लग्या अमरदास तेरा गुरु कौन आ? अमरदास जी दे सह सुभा कहा गुरु की की लोड़ है, आपां तां गंगा ते जाने, अपनी तां मुक्ति गंगा ने करनी है। पर तीर्थां ते जाण दा मतलब भी गुरु वाले बनना ही सीगा। उदों ब्रह्मचारी ने जब ये सुनिया, अमरदास जी ने जब कहा कि गुरु की की लोड़ है, तेरा गुरु कोई नहीं? कहते ना, कहते जा नगुरिया, मैं तेरी संगत क्यों की? उठे मंजे तो जोड़े पाले, पैरों च जुत्ती पाली। अमरदास जी कहते की हो गया? कहते मित्रा मैं हुण टिक तेरे नाल अनजान कोने भी समा कट्टिया वो तो माफ़ हो जाऊगा, हुण मैनूं पता लग गया, हुण मैं तेरे कोल एक मिनट नहीं खड़दा। अमरदास जी ने बड़ियां मिन्नतां कीतियां, क्योंकि मित्र सी आखिर। पर अद्धी रात नूं उठ के वो चलिया गया, तो सारी रात उसल वट्टे लैंदियां टपाई। बई यार गुरु वाले बनना इन्ना जरूरी आ, ये मेरा मित्र है, मेरा भला ही लोचदा है, भला ही सोचदा, इन्हें एवें तो नहीं कहा। मना तू 65 साल की जिंदगी एवें खराब करती, 60-65 साल एवें लगाते जिंदगी दे, तैनूं बचपन तो गुरु वाला बन जाना चाहिए सीगा। उसल वट्टे लैंदियां रात टप्पी, टहलदे फिरदे आ, नींद नहीं आउंदी। तड़के 3-4 बजे तो बीबियां उठ खड़दियां, तो इन्हां दी पोत नूं है, भतीज नूं है, भाई दे मुंडे दे घर वाली भतीज नूं बीबी अमरो। तो बीबी अमरो ने उठ्या, रसोई च गई, इशनान आदि किया, तो फिर उसने रिड़कने विच मधानी पाई, दुध रिड़कना शुरू किया, पीढ़े ते बैठ के, नाले ध्यान बड़ा जुड़दा दुध रिड़कण वेले, क्योंकि शरीर अडोल हुंदा है, केवल बाहां हलदियां। तो बड़े ध्यान नूं जोड़ करके बीबी अमरो ने जपजी साहब का पाठ किया, होर आसा जी की वार के शब्द गाए, कुछ जिहड़े भी उन्हें मूँह जवानी जाट सी, मिठी धुन विचों शब्दां नूं गाउंदे रहे। तो गुरु अमरदास जी के कन वलेल पई, तो वो नेड़े आ गए, पर नौ लगदी है इस करके ओहले च खड़ गए। जिथों उन्होंने कन च आवाज़ पैंदी रही, सुनते रहे। कोई घंटा सवा घंटा लग्या दुध रिड़कण ते, दुध रिड़किया गया, मधानी छड्डी, उठ खड़े होए। जदों बीबी बाहर आई, अपने सौहरे नूं खड़ा देख के पूछे बापू जी तुसीं? कहने बेटा तू आ की गा रही सी, पहलां ऐ दस मैनूं। कहंदी जी ये तो गुरबाणी सी बाबे नानक जी की बाणी। तो बेटा ये गुरु कित्थे है जिन्हें ऐसे सोहने शब्द रचे आ? बीबी अमरो कहनी बापू जी वो तो ज्योति जोत समा गए शरीर ते आ गए। कहने ओहो ऐसी रचना करने वाला गुरु आया तो मैं गुरु की लड़ ना लग सकिया। बीबी अमरो हैरान हुई, बापू हो की गया? कहने रात मेरा मित्र मैनू छड्ड के तुर गया, कहें तू नगुरा है तो मैं तो गुरु वाला बनना है। तो बीबी अमरो गुरु अंगद देव जी की सपुत्री सीगी। कहनी फिर की होया बापू जी? पश्चाताप ना करो, चंगा हो गया, टाइम नाल पता लग गया मेरे पिता गुरु अंगद देव जी उन्होंने दे सेवक है और हुण ओही ड्यूटी निभा रहे हैं गुरता गद्दी ते। तुसीं उन्हां दी लड़ लग सकते हो, उन्हां तो गुरमंत्र ले सकते हो। बस पता लगन दी देर सी ते कहने बेटा दिन चढ़दे नाल चल मेरे नाल ते मैं लैके चल। ते बीबी अमरो कहन लगी बापू जी मैनू हुक्म है मेरे बापू दा कि सद्दे बिना आउणा नहीं ते भेजे बिना जाना नहीं।
मैं हुण किवें लैके जावां। अमरदास जी कहते जी वो गुरु है तो अंतरजामी भी होणगे, सब जानते होणगे। मैं हुण रह नहीं सकदा गा, एक मिनट भी खराब नहीं कर सकदा अपना, मैं गुरु वाला बनना, मैं लैके चल। तो बीबी अमरो अपने चाचे सहुरे नूं नाल लैके खडूर साहब पहुँचते हैं। तो खडूर साहब आके गुरु अमरदास जी नूं बाहर खड़ाता, कहने बापू इत्थे खड़ जा, पहला आग्या लियावां मैं। पर जिस वेले बीबी अमरो अंदर गई गुरु अंगद देव दे कोल, अपने पिता गुरु दे कोल, ते पिता जी अगों ही कहने बेटा जिन्हां दी बाह फड़ के लाइए राह च नहीं छड्डी दा हुंदा, जा अंदर लैके आ बजुर्गां नूं। कुड़म सी वैसे दोने, कुड़म दा भाई सी, कुड़मो कुड़मी सी। तो गुरु अमरदास जी अंदर गए तो गुरु अंगद देव जी मंजे तो खड़े होके इन्हां नूं गलवकड़ी लैके मिलण लगे कुड़मा वांगू। पर गुरु अमरदास जी कहते मैं अज कुड़म बन के नहीं आया, मैं अज तेरी शरण लैण वास्ते आया, मैनू सेवक बना, सिख बना आपदा, मैनू सिक्ख्या दे जिहदे नाल मैं गुरु वाला बन जावां। नाले पैरी पैंदे आ, उम्र वड्डी आ भावें, और है भी लड़के वाले पासों, लड़के दा चाचा है। पुरानी रीत हुंदी सी ना भी कुड़ी वाले छोटे हुंदे आ जी, मुंडे वाले वड्डे हुंदे आ। पर दुनिया की वडियाइयाँ अग्नि में पागो, सब सिट के वडियाइयाँ, साधु को मिलने जाइए साथ ना लीजा कोई, पाछे पाओ ना दीजिए आगे होए सो होए। बस फिर तुहानू पता ही है इतिहास का कि 12 साल उन्होंने पानी ढोया। एक दिन कहा सी गुरु अंगद देव जी ने, पुरखा सानू ब्यासा तो पानी लिया के इशनान कराया कर। बस वो दिन हद, लगातार 12 साल पानी ढोया। कर्म होवे सतगुरु मिलाए, यह चंगा कर्म उन्होंने 12 साल तैयार किया अपना, तो 12वें साल च पैर पाया। हुण गुरु घर का तो झाड़ू बरदार भी होवे ना, ਉਹਦੇ अंदर भी रिद्धियां सिद्धियां आ जांदियां, जे कोई छड़दा ना रोज़ झाड़ू भी मारन लग जाए। इन्हें तो फिर बड़ी सेवा की है, लंगर च पानी ढोया, सुबह लिया के पहला इशनान कराउणा, फिर दिने भी लंगर दे विच पानी ढोण की सेवा करनी। और अज भी वो गागर उत्थे रखी हुई है खडूर साहब दर्शनां वास्ते। तो कहण तो भाव है कि सतगुरु अमरदास जी दे 12वें साल दे विच सेवा चल रही है। तो एक दिन चलते चलते मीह बहुत पिया, मीह जावे नेरी जावे, नागा नहीं पाया उन्होंने। असी सोच लैंदे आ मीह पैंदा कपड़े गंदे हो जाएंगे। बाबा फरीद ने भी सोचा एक दिन, गलियां चिक्कड़ दूर घर नाल प्यारे नेहो, चलां तां भिजे कंबली, राहां टुटे नेहो, किवें करां जावां कि ना जावां, दुविधा च पै गए, कपड़े गंदे हो जाणगे। बैठे बैठे हसन लगे, नचन लगे, कहने जा फरीदा इन्नी गल पिछे डर गया। भिजो सिजो कंबली अल्लाह बरसों में हो, मालका पा मी जिन्ना पाउणा ते भिज जाण दे कपड़े, कोई गल नहीं। जाए मिला तिन सज्जना टुटे ना ही ने हो, प्यार नहीं टुटना चाहिए, कपड़े तो सुक जाएंगे फिर धोते जाएंगे। कोई सतनाम श्री। लगातार फिर 12 साल सेवा की। अज बड़ा मीह पिया तो गलियां में चिक्कड़ है, इस करके अगे गली के विचाल दी टपदे सी, अज गली तो सैड तो टपना पिया। तो सैड के उत्ते गुरु प्यारो जलाहियां दे घर सी, ते जलाहियां ने सैड ते किला गढ़िया सी, एक ताणी बन के उन्होंने पान देना, उन्होंने धागे सीधे करने, कुच मारना आदि आदि सारा वो साफ करना, लम्मी बन के ताणी। तो सैड तो लंघन लगे तो किला जरा सी, किले च छेड़ा वजिया, डिग पे, गागर थले वजी, खड़का होया, पर गागर संभाल ली, पानी डुलण नहीं दिता। गागर नूं सामभदे होए उठे, पर इन्ने चिर च वेड़े च पई जलाही पुछदी आ घर वाले नूं, आ कौन आ? घर वाला पुछदा, घर वाला पुछदा आ कौन डिग्गिया? घर वाली जलाही कहन लगी, ओही आ अमरू नथावा, कुड़मा ने पानी भरदा फिरदा। किन्नी शर्म है, जे कुड़मा ने पिंड जाके भी कोई सौखा जा काम करना पै जे, छोटा जा शर्म जी आउंदी है ना। तो फिर ये तो कुड़मा ने घरे पानी भरते आ, ये संसार की निगाह च है। पर वो कुड़माचारी छड्ड के एक सिख ते गुरु के नाते नाल वरत रहे आ। कोई सतनाम सी, वो अमरू थावा कुड़मा ने पानी भरदा फिरदा। तो वो गल पै गई गुरु अमरदास जी के कन विच, ते इन्हां तो फिर रहा ना गया, क्योंकि नथावे रहे नहीं, हुण थां मिल गया।
कहते झल्लीए सानू तो थां मिल गया, तू आप दा इंतजाम कर ला हुण। कहो सतनाम। भगतां ने तो सब नूं ज्ञान ही देना ना भी गुरु वाले बनो। कहण दा ढंग अलग अलग हो सकता है सब दा। बस ये बचन कहण दी देर सी, जलाही कमली हो गई, झल्ली हो गई। सवै के कहा सी झल्लीए आप दा इंतजाम कर ला, सन तक थां मिल गया। और सच्चियों झल्ली हो गई, कमली हो गई। अमरदास जी ने आके इशनान कराया, दिन चढ़ गया, दीवान सजिया, गुरु साहब बैठे आ। इतने जलाहा अपनी कमली हुई जलाही नूं केस खिंडे आ, कपड़े फटे आ, कमल मार दी है। मसा बाहों फड़ के धक्के नाल अंगद देव जी को लैके आया। महाराज जी इनू ठीक करो, ये की हो गया भाई, इनू आ सोडे सिख ने कमली कहता, ये कमली हो गई उदों ही। महाराज पुरखा की हो गया? नहीं कुछ नहीं महाराज, मैं तो कुछ नहीं कहा। कहते गल की हो गई? कहते जी मैं इन्हों के बाढ़ च डिग पिया सीगा। ये भाई साहब कहते आ कौन डिग पिया? ये कहती अमरू नूं थावां कुड़मां ने पानी ढोंदा फिरदा, हुण मैनूं तां थां मिल गया तुहाडे चरनां च। मैं तां ही कहा सी झल्लीए आपदा इंतजाम कर ला, मैनूं तां थां मिल गया। ये गुरु अंगद देव जी भी कहते भाई हुण तां सोनू घर छड्डना पैना, नवां थां लैना पैना, फिर ठीक होऊगी ये, क्योंकि साध दा वचन जिहड़ा अटल है ये मुड़दा नहीं। हुण फिर वो घर जिहड़ा सी गुरु साहब ने लै लिया, तो उन्होंने होर थां ते घर दिता, ते उन्होंने ठीक भी किया। ते उस दिन फिर गुरु अमरदास जी ने गुरता गद्दी भी दे दी। कर्म होवे सतगुरु मिलाए, जदों जीव के कर्म पूरे बनते हैं चंगे, फिर गुरु मिलता। तुहाडे कर्म है तां आके बहने हो, नहीं तो इत्थे बैठण नूं थां ना मिले। जे बंदे दी मर्जी होवे, कहो सतनाम। बड़भागी सतसंगत पावै, भागहीन भरम चोटां खावै, बिन भागा सतसंग न लभै, बिन संगत मैल भरीजै। ओ गुरु अमरदास फिर 21वीं बारी गंगा ते फिर गए, पर ऐतकी संगतां दा जथा लैके गए ते उत्थे सिੱਖੀ ਦਾ प्रचार करने वास्ते, भुलियां भटकियां नूं मार्गदर्शन करने वास्ते गए। खैर आपां अगे चलीए। ओ गुरु अमरदास जी अज कहते हैं मैं बलिहारे जावां गुरु तो, जिन्हें मैनूं गुरमत दा ज्ञान बख्शिया। हो वारी जियो वारी, सतगुर कै बलिहारने आ। गुरमती प्रकाश होआ, गुरु दी मत नाल ज्ञान होया, प्रकाश भाव ज्ञान होया। अनदिन हरगुण गावनिया रहाओ, तन मन खोजे तां नाओ पाए। जदों मंदा गुरु वाला बन के फिर अपने अंदर सुरत नूं लाउंदा है, दिन रात कदे ना कदे समा कढ के जद विहले बैठे होइए ना, तो किसी खूंजे भी जगह बना लो, उत्थे बह जा करो, चौंकड़ा मार के सोचिया करो, अपने अंदर जाया करो मैं कौन आ, कित्थों आया, की लैण आया। चाहे तुसीं दफ्तर विच भी विहले बैठे हो कुर्सी ते, उदों भी मेज़ ते हथ रख के सोच सकते हो, भाव सुरत नूं शब्द नाल जोड़ सकते हो। ये धर्म का काम वो नहीं है भी बस सुबह शाम ही करना है, ये तो जदों भी समा लगे उदों ही लग जाओ। सुरत शब्द का मिलाप करना है, तो शब्द के विचों फिर ज्ञान होना है। तो पातशाह जी कहते तन मन खोजे तां नाओ पाए, जिहड़ा नाम सानू वाहिगुरू मंत्र मिले है, बाहरों राम मंत्र मिलता है। मुसलमान वीर अल्लाह खुदा कहते हैं, जिहड़े नाम बाहर रखे गए हैं परमेश्वर दे, असल विच इन्हां नामां वाला परमेश्वर सब दे अंदर बैठा है। ये सारे नाम एक अवस्था दे है, एको शक्ति दे है। वो शक्ति साडे अंदर है, उहदी जानकारी गुरु कोलों मिलदी है। तन मन खोजे तां नाओ पाए, फिर अंदरों मिलदा। धावत रखै ठाकर हाए, भजदी हुई सुरत नूं रोक के जद अंदर जोड़ांगे। गुर की बाणी अनदिन गावे, सुरत नूं रोक के शब्द नूं गावे, गुरु की बाणी नूं भी गावे। इहदे विच मार्गदर्शन है। धावत राखै ठाकर हाए, गुर की बाणी अनदिन गावे, सहजे भगत करावणिया। इस काया अंदर वस्त असंखा, जदों अंदर जाओगे फिर पता लगू। जिन्हां ने वेखिया उन्होंने दस्सिया, अमरदास जी ने वेखिया उन्हें फिर लिखिया ना। साडे शरीर विच बहुत कुछ है, सूई तो लैके अज दे कंप्यूटर युग तक जक जो दुनिया विच बनिया निकलिया दिमाग चों ही, और कित्थों निकलिया। कोई सतनाम। साइंसदानां ने अंदरों कढ़िया ना परमेश्वर ने। जोड़ जप की ते गड्डियां भजन लग पियां, कारां दी जोड़ जप की, कंप्यूटर चल पिया, मोबाइल चल पे, टीवी चल पिया। ये जोड़ जप कराउण वाला कौन है? सुरत ते शब्द दा मेल। कहो सतनाम। सुरत ते शब्द दे मेल ने सारा जोड़ जप कराया, तो दुनिया में कितना कुछ आ गया। इस काया अंदर वस्त असंखा,
ਗੁਰਮੁਖ ਸਾਚ ਮਿਲੇ ਤਾਂ ਵੇਖਾਂ, 9 ਦਰਵਾਜੇ 10ਵੇਂ ਮੁਕਤਾ, ਅਨਹਦ ਸ਼ਬਦ ਬਜਾਵਣਿਆ, 9 ਦਰਵਾਜੇ ਬਾਹਰ ਖੋਲੇ ਆ। ਇਹਨਾਂ ਕਰਕੇ ਬੰਦਾ ਬੰਧਨ 'ਚ ਹੈ। ਜਦੋਂ ਇਹਨਾਂ 9 ਨੂੰ ਛੱਡ ਕੇ 10ਵੇਂ ਕੰਨੀ ਜਾਂਦਾ ਤੇ ਮੁਕਤ ਹੋ ਜਾਂਦਾ ਹੈ। ਅਗਲੇ ਸ਼ਬਦ ਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਹੈ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਇਹ ਸ਼ਬਦ ਵਿੱਚ ਕਾਇਆ ਵਿੱਚ ਕੀ ਕੁਝ ਹੈ, ਕਿਵੇਂ ਨਿਕਲਦਾ ਹੈ, ਕਿਵੇਂ ਉਹਨਾਂ ਨੂੰ ਵੇਖਿਆ ਜਾ ਸਕਦਾ ਹੈ। ਅਗਲਾ ਰਹਿੰਦਾ ਸ਼ਬਦ ਜੋ 4 ਕੁ ਪਦੇ ਬਾਕੀ ਆ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।